ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ। हे गुरु वाहेगुरु जी। हम संतन की प्यारे हम संतन की शरणा संत हमारी ओट सतानी संत हमारा गहना। हम संतन की रेन प्यारे हम संतन की शरणा। सुत अपराध करत हैं जेते जन निचित न राख स्थिते रामैया हों बारिक तेरा काहे ना खंडस अब गुण मेरा। निर्जुर निरूप हो के सुंदर स्वरूप हो के पूपन के पूप हो के दाता महादान हो प्राण के बचैया दूध पुत के दिवैया रोग सोग के मिटैया कि दोमानी महामान हो। तुमरी शरण तुम्हारी आशा तुम ही सजन सुहेले राखो राखन हार दयाला नानक कर के गोले। दंडोत बंदनी अनेक बार सर्व कला समरथ डोलन ते राखो प्रभु नानक दे कर हथ। ज्ञान ध्यान किस कर्म न जाना सार न जाना तेरी सब ते बड़ा सतगुर नानक सब ते बड़ा सतगुर नानक जिन कल राखी मेरी। धन गुरु नानक। ਸ਼ਾਮਾਂ ਤੋਂ ਲੈ ਕੇ ਸੰਗਤਾਂ ਹਾਜ਼ਰ ਸਰਵਣ ਕਰ ਰਹੀਆਂ ਨੇ। ਅੱਜ ਸਮਾਪਤੀ ਦਾ ਦਿਨ ਭਾਵ ਕਿ ਅੱਜ ਸਾਰਿਆਂ ਨੂੰ ਫਲ ਪ੍ਰਾਪਤ ਹੋਣਾ ਹੈ। ਇਹ 11 ਦਿਨਾਂ ਦੀ
ਅੱਜ ਸੰਗਤਾਂ ਦੀ ਝੋਲੀ 'ਚ ਫਲ ਪ੍ਰਾਪਤ ਹੋਣੇ ਆ। ਪਾਠੀ ਸਿੰਘ 11 ਦਿਨ ਅੰਦਰ ਰਹਿ ਕੇ ਜਪ ਤਪ ਕੀਤਾ ਹੈ। ਸੰਗਤਾਂ ਨੇ ਬਾਹਰ ਦੀਵਾਨ ਲਗਾਏ ਨੇ। ਕਈ ਗੁਰਮੁਖਾਂ ਨੇ ਸੇਵਾ ਤੇ ਪਹਿਰੇ ਦੀਆਂ ਲੰਗਰ ਦੀਆਂ ਡਿਊਟੀਆਂ ਕੀਤੀਆਂ ਨੇ। ਜਿੰਨੀ ਜਿੰਨੀ ਸੇਵਾ ਸਾਰਿਆਂ ਦੀ, ਉਹਨਾਂ ਸਤਿਗੁਰਾਂ ਨੇ ਅੱਜ ਸਭ ਨੂੰ ਫਲ ਬਖਸ਼ਣਾ। ਉਹਨੀਆਂ ਝੋਲੀਆਂ ਭਰਨੀਆਂ। ਸੰਗਤ ਨੇ ਪੂਰੀ ਰਹਿਣ ਸਬਾਈ ਕਰਕੇ ਜਾਣਾ। ਦਿਨੇ ਸੁੱਤੇ ਰਿਹਾ ਜੀ, ਪੂਰੀ ਰਹਿਣ ਸਬਾਈ ਹੈ। ਸਵੇਰੇ ਅੰਮ੍ਰਿਤ ਵੇਲੇ ਸੁਖਮਨੀ ਦਾ ਪਾਠ ਕਰਕੇ ਪਹਿਲੋਂ ਨਹੀਂ ਭੱਜਣਾ। ਸਕੂਲ ਵਾਲਿਆਂ ਨੇ ਹੋਰ ਸੰਗਤਾਂ ਨੇ 3:30 ਵਜੇ ਸੁਖਮਨੀ ਦੇ ਪਾਠ ਸ਼ੁਰੂ ਹੋਣਗੇ। ਅੰਮ੍ਰਿਤ ਵੇਲੇ ਦਾ ਲਾਹਾ ਖੱਟ ਕੇ ਜਾਇਆ ਕਰੋ। ਅੰਮ੍ਰਿਤ ਵੇਲੇ ਦਾ ਖਜ਼ਾਨਾ ਵੱਡਾ ਹੈ। ਜਿੰਨਾ ਆਪਾਂ ਸਾਰੀ ਰਾਤ ਬੈਠੇ ਆ ਨਾ 2:30 ਵਜੇ ਤਾਈਂ, ਜਿੰਨਾ ਉਹਦਾ ਫਾਲੇ ਉਹਨਾਂ 2:30 ਤੋਂ ਲੈ ਕੇ ਸਵੇਰੇ 6 ਵਜੇ ਤੱਕ ਫਾਲੇ। 3 ਤੋਂ 6 ਤੱਕ ਚੌਥੇ ਪੈਰ ਦਾ ਇਹ ਭਗਤੀ ਦਾ ਹੈ। ਉਹਨਾਂ ਸਾਰੀ ਰਾਤ ਦਾ ਫਾਲੇ, ਉਹਨਾਂ ਅੰਮ੍ਰਿਤ ਵੇਲੇ ਦਾ। ਇਹ ਹਰ ਇੱਕ ਜੀਵ ਦੇ ਅੰਮ੍ਰਿਤ ਵੇਲਾ ਕਰਨ ਦੇ ਨਾਲ ਪੁੰਨ ਦੁਗਣੇ ਚੌਗਣੇ ਹੋ ਜਾਂਦੇ ਆ। ਸਾਰੀ ਰਾਤ ਕਰੇ, ਅੰਮ੍ਰਿਤ ਵੇਲਾ ਕਰੇ, ਇਹਦੇ ਚੌਗਣੇ ਠੌਗਣੇ ਪੁੰਨ ਬਣ ਜਾਂਦੇ ਆ। ਅੰਮ੍ਰਿਤ ਵੇਲੇ ਦਾ ਹਰ ਧਨ ਅੰਮ੍ਰਿਤ ਵੇਲੇ ਵੱਤੇ ਕਾ ਬੀਜਿਆ, ਭਗਤ ਖਾਏ ਖਰਚ ਰਹੇ ਨਖੁੱਟੇ ਨਾ। ਪਰ ਕਲਯੁਗ ਸਾਨੂੰ ਭੁਜਾਉਂਦਾ ਹੈ ਵੀ ਭਾਜਾ ਸੁਖਮਣੀ ਨਹੀਂ ਕਰਨੀ। ਇੰਨਾ ਵੱਡਾ ਪਾਠ ਕਈਆਂ ਨੂੰ ਤਾਂ ਤਲਵਾਰ ਹੀ ਲਟਕਦੀ ਨਜ਼ਰ ਆਉਂਦੀ। ਪਾਪੀਆਂ ਹਿਰਦਿਆਂ ਨੂੰ, ਪੁੰਨੀਆਂ ਨੂੰ ਚਾਅ ਚੜ੍ਹਦੇ, ਉਹ ਭੱਜੇ ਆਉਂਦੇ ਆ। ਅੰਮ੍ਰਿਤ ਵੇਲੇ ਸੁਖਮਣੀ ਦੀ ਆਵਾਜ਼ ਸੁਣ ਕੇ ਉਹ ਨੱਠੇ ਆਉਂਦੇ, ਉਹਨਾਂ ਨੂੰ ਚਾਅ ਚੜ੍ਹ ਜਾਂਦੇ ਪੁੰਨਾਂ ਵਾਲੇ। ਦੂਜਿਆਂ ਨੂੰ ਤਲਵਾਰ ਲਟਕਦੀ ਨਜ਼ਰ ਆਉਂਦੀ ਕਿ ਇਹ ਸੁਖਮਨੀ ਸਾਹਿਬ ਦਾ ਪਾਠ ਇੰਨਾ ਚਿਰ। ਉਹਨਾਂ ਦੇ ਕਰਮ ਜਿਹੜੇ ਪਾਪ ਡਰਾਉਂਦੇ। ਪਰ ਅੰਮ੍ਰਿਤ ਵੇਲੇ ਦਾ ਬੀਜਿਆ ਹੋਇਆ ਕਦੀ ਮੁੱਕ ਹੀ ਨਹੀਂ ਸਕਦਾ। ਕਹਿੰਦੇ ਜਿਹੜਾ ਅੰਮ੍ਰਿਤ ਵੇਲੇ ਦਾ ਨਾਮ ਧਨ ਬੀਜਿਆ, ਇਹ ਤੁਹਾਨੂੰ ਜ਼ਿੰਦਗੀ ਭਰ ਨਹੀਂ ਮੁੱਕੇਗਾ। ਸ਼ਾਮਾਂ ਦਾ ਵੀ ਸਾਰਾ ਕਰਿਆ ਕਰੋ, ਰਾਤ ਦਾ ਵੀ ਤੇ ਸਵੇਰ ਦਾ ਵੀ। ਰਾਤੀ ਫੁੱਲ ਬਣਦੇ ਨੇ, ਸਵੇਰੇ ਬਣ ਜਾਂਦੇ ਫਲ। ਇਸ ਕਰਕੇ ਸੰਗਤਾਂ ਨੇ ਅੱਜ ਪੂਰੀ ਰਹਿਣ ਸਬਾਈ ਕਰਕੇ ਪੂਰਾ ਲਾਹਾ ਖੱਟ ਕੇ ਜਾਣਾ ਤੇ ਸਮਾਪਤੀ ਰਾਤ ਜਾਗੇ। ਦਿਨੇ ਗੁੱਸਾ ਕੱਢ ਲਿਆ, ਅੱਜ ਸਾਰਾ ਰੱਜ ਕੇ ਸੌਂ ਲਿਓ। ਦੂਜੇ ਦਿਨ ਵੀ ਸੌਂ ਲਿਓ ਭਾਵੇਂ। ਇੱਕ ਵਾਰੀ ਇਹ ਧਨ ਇਕੱਠਾ ਕਰ ਲਓ। ਇਹ ਧਨ ਖੁੱਟ ਨਾਨ ਖੁੱਟੇ ਨਾ ਜਾਏ, ਮੁੱਕੇਗਾ ਹੀ ਨਹੀਂ। ਅੰਮ੍ਰਿਤ ਵੇਲੇ ਵਾਲਾ ਧਨ ਜਿਹੜਾ ਕਦੀ ਮੁੱਕੇਗਾ ਹੀ ਨਹੀਂ। ਚਾ ਪੜ੍ਹ ਲਓ ਸਾਰੇ। ਅੰਮ੍ਰਿਤ ਵੇਲਾ ਜਿੰਦੇ ਨਹੀਂ। ਅੰਮ੍ਰਿਤ ਵੇਲਾ ਜਿੰਦੇ ਨੀ ਉੱਠ ਕੇ ਨਾਮ ਦੀ ਮਾਲਾ ਫੇਰ। ਅੰਮ੍ਰਿਤ ਵੇਲਾ ਜਿੰਦੇ ਨੀ ਉੱਠ ਕੇ ਨਾਮ ਦੀ ਮਾਲਾ ਫੇਰ। ਵਾਹਿਗੁਰੂ ਵਾਹਿਗੁਰੂ ਜਪ ਲੈਣੀ ਤੂੰ ਸਤਿਨਾਮ ਦੀ ਮਾਲਾ ਫੇਰ। ਵਾਹਿਗੁਰੂ ਸਾਰੇ ਜਪੋ। ਜਪ ਲੈਣੀ ਤੂੰ ਸਤਿਨਾਮ ਦੀ ਮਾਲਾ ਫੇਰ। ਜੀ ਅੰਮ੍ਰਿਤ ਵੇਲਾ ਜਿੰਦੇ ਨੀ ਉੱਠ ਕੇ ਨਾਮ ਦੀ ਮਾਲਾ ਫੇਰ। ਅੰਮ੍ਰਿਤ ਵੇਲਾ ਜਿੰਦੇ ਨੀ ਉੱਠ ਕੇ ਨਾਮ ਦੀ ਮਾਲਾ ਫੇਰ। ਵਾਹਿਗੁਰੂ ਵਾਹਿਗੁਰੂ ਜਪ ਸਾਰੇ ਲੈਣੀ ਜਪੋ। ਤੂੰ ਸਤਿਨਾਮ ਦੀ ਮਾਲਾ ਫੇਰ। ਵਾਹਿਗੁਰੂ ਵਾਹਿਗੁਰੂ ਜਪ
ਸੰਗਤ ਵਿੱਚ ਪਾਠ ਕਰਨ ਦਾ ਜਿਹੜਾ ਫਲ ਹੈ ਉਹ ਬਹੁਤ ਜ਼ਿਆਦਾ ਹੈ। ਕਈ ਕਹਿੰਦੇ ਜੀ ਮੈਂ ਘਰੇ ਪਾਠ ਕਰਨਾ ਜਾ ਕੇ। ਘਰੇ ਤਾਂ ਪਾਠ ਕਰਨਾ ਇਵੇਂ ਆ ਜਿਵੇਂ ਨਲਕਾ ਗੇੜਦੇ ਪਏ ਆ। ਗੁਰਦੁਆਰੇ ਜਿਵੇਂ ਖੂਹ ਚੱਲ ਪੈਂਦਾ, ਸੰਗਤ ਵਿੱਚ ਟਿਊਬਲ ਚੱਲ ਪੈਂਦਾ। ਇੰਨਾ ਜ਼ਿਆਦਾ ਫਲ। ਇੱਥੋਂ ਤੱਕ ਦੱਸਿਆ ਕਿ ਸਾਧ ਸੰਗਤ ਵਿੱਚ ਇਕੱਲੇ ਪਾਠ ਕਰਨ ਦਾ ਇੰਨਾ ਫਲ ਹੈ ਕਿ ਜਿਵੇਂ ਖੂਹ ਚੱਲਦਾ। ਸੰਗਤ ਵਿੱਚ ਕਰਨ ਦਾ ਇੰਨਾ ਫਲ ਹੈ ਕਿ ਜਿਵੇਂ ਮੀਂਹ ਪੈ ਜਾਂਦਾ ਮੋਢੇ ਦਾ। ਜਥਾ ਮੇਘ ਆਦੀ ਘੜੀ ਕੂਆ ਨਾ 12 ਮਾਸ। ਕਹਿੰਦੇ ਅੱਧੀ ਘੜੀ ਮੀਂਹ ਜ਼ਿਆਦਾ ਹੈ, ਖੂਹ 12 ਮਹੀਨੇ ਚੱਲੇ। ਖੂਹ 12 ਮਹੀਨੇ ਚੱਲੇ ਤੇ ਉਹਨੇ ਖੇਤ ਨਹੀਂ ਭਰਦਾ, ਤੇ ਅੱਧੀ ਘੜੀ ਮੀਂਹ ਪੈ ਜਾਏ ਤੇ ਪਾਣੀ ਪਾਣੀ ਹੋ ਜਾਂਦਾ। ਇਵੇਂ ਸਤ ਸੰਗਤ ਕੀ ਆਦੀ ਘੜੀ ਭਜਨ ਨਾ ਬਰਸ 50। 50 ਸਾਲ ਦਾ ਪਾਠ ਤੇ ਅੱਧੀ ਘੜੀ ਸਤਸੰਗ ਦੀ ਬਹੁਤ ਹੈ। ਅੱਧੀ ਘੜੀ ਮੀਂਹ ਦੀ ਬਹੁਤ ਹੈ। 12 ਮਹੀਨੇ ਖੂਹ ਤੇ 50 ਸਾਲ ਦਾ ਤਪ ਤੇ ਅੱਧੀ ਘੜੀ ਸਤਸੰਗ। ਇਹਦੇ ਵਿੱਚ ਫਲ ਬਹੁਤ ਜ਼ਿਆਦਾ। ਸੰਗਤ ਵਿੱਚ ਬੈਠ ਕੇ ਦਮ ਸੰਗਤ ਨਹੀਂ ਛੱਡ ਕੇ ਜਾਣੀ। ਰੱਬ ਕੰਮ ਕਰੇਗਾ ਸਾਡੇ। ਛੱਡ ਨਾ ਸਕੇ ਸੰਤ ਜਨ, ਨਹੀਂ ਸੰਗਤ ਛੱਡੀ ਸੈਣ ਨਾਈ ਨੇ। ਸੈਣ ਰੂਪ ਹਰ ਹੋਏ ਕੇ ਆਇਆ ਰਾਜੇ ਨੂੰ ਰਜਾਈ। ਸੈਣ ਦਾ ਰੂਪ ਧਾਰ ਕੇ ਰੱਬ ਜਾ ਆਇਆ ਉੱਥੇ ਪਰਮਾਤਮਾ। ਸਾਡੀ ਥਾਂ ਤੇ ਪਰਮੇਸ਼ਰ ਪਹਿਰਾ ਦੇਵੇਗਾ ਜੇ ਅਸੀਂ ਉਹਦੀ ਸਤ ਸੰਗਤ ਦੇ ਵਿੱਚ ਬੈਠੇ ਹਾਂ। ਜਿੰਦੇ ਨੀ ਉੱਠ ਕੇ ਨਾਮ ਦੀ ਮਾਲਾ ਫੇਰ ਅੰਮ੍ਰਿਤ ਵੇਲਾ। ਜਿੰਦੇ ਨੀ ਉੱਠ ਕੇ ਨਾਮ ਦੀ ਮਾਲਾ ਫੇਰ। ਗੁਰੂ ਵਾਹਿਗੁਰੂ ਜਪ ਲੈਣੀ ਤੂੰ ਸਤਨਾਮ ਦੀ ਮਾਲਾ। ਬੋਲਿਆ ਕਰੋ ਸਾਰੇ ਬੱਚੇ, ਬੋਲੋ ਵਾਹਿਗੁਰੂ ਵਾਹਿਗੁਰੂ ਸਾਰੇ ਬੋਲੋ ਸਕੂਲ ਵਾਲੇ। ਤੂੰ ਸਤਨਾਮ ਦੀ ਮਾਲਾ ਫੇਰ। ਜੀ ਅੰਮ੍ਰਿਤ ਵੇਲਾ ਜਿੰਦੇ ਨੀ ਉੱਠ ਕੇ ਨਾਮ ਦੀ ਮਾਲਾ ਫੇਰ। ਅੰਮ੍ਰਿਤ ਵੇਲਾ ਜਿੰਦੇ ਨੀ ਉੱਠ ਕੇ ਨਾਮ ਦੀ ਮਾਲਾ ਫੇਰ। ਵਾਹਿਗੁਰੂ ਜਪ ਲੈਣੀ ਤੂੰ ਸਤਨਾਮ ਦੀ ਮਾਲਾ ਫੇਰ। ਵਾਹਿਗੁਰੂ ਵਾਹਿਗੁਰੂ ਜਪ ਲੈਣੀ ਤੂੰ ਸਤਨਾਮ ਦੀ ਮਾਲਾ ਫੇਰ। ਜੀ ਅੰਮ੍ਰਿਤ ਵੇਲਾ ਜਿੰਦੇ ਨੀ ਉੱਠ ਕੇ ਨਾਮ ਦੀ ਮਾਲਾ ਫੇਰ। ਅੰਮ੍ਰਿਤ ਵੇਲਾ ਜਿੰਦੇ ਨੀ ਉੱਠ ਕੇ ਨਾਮ ਦੀ ਮਾਲਾ ਫੇਰ। ਵਾਹਿਗੁਰੂ ਜਪ ਲੈਣੀ ਤੂੰ ਸਤਨਾਮ ਦੀ ਮਾਲਾ ਫੇਰ। ਵਾਹਿਗੁਰੂ ਵਾਹਿਗੁਰੂ ਜਪ ਲੈਣੀ ਤੂੰ ਸਤਨਾਮ ਦੀ ਮਾਲਾ ਫੇਰ। ਕਹਿੰਦੇ ਸੰਗਤ ਦਾ ਤੇ ਇਕੱਲੇ ਪਾਠ ਕਰਨ ਦਾ ਕਿੰਨਾ ਕੁ ਫਰਕ ਹੈ। ਕਹਿੰਦੇ ਇੰਨਾ ਫਰਕ ਹੈ ਕਿ ਇਕੱਲਾ ਰਾਹੀ ਪਾਉਂਦੀ ਤੁਰਿਆ ਜਾਂਦਾ। ਇਹਨੂੰ ਕੋਈ ਮੁਸ਼ਕਲ ਆ ਜੇ, ਕੋਈ ਸਾਥ ਨਹੀਂ ਹੈਗਾ। ਕੋਈ ਰਸਤੇ 'ਚ ਜੰਗਲੀ ਜਾਨਵਰ ਪੈ ਜੇ, ਇਕੱਲਾ ਹੈ, ਡਰੇਗਾ। ਤੇ ਜੇ ਪੰਥ ਬਣ ਕੇ ਚੱਲੇ 50-60 ਬੰਦੇ ਇਕੱਠੇ ਚੱਲਣ, ਜੇ ਇਕੱਲਾ ਥੱਕ ਜਾਏਗਾ ਬੰਦੇ ਇਲਾਜ ਨਹੀਂ। ਜੇ ਇਕੱਲੇ ਨੂੰ ਕੋਈ ਮੁਸ਼ਕਲ ਹੈ ਸੰਗਤ ਇਲਾਜ। ਕੋਈ ਚੋਰ ਨਹੀਂ ਪਏਗਾ, ਕੋਈ ਜੰਗਲੀ ਜਾਨਵਰ ਨਹੀਂ ਪਏਗਾ। ਕਹਿੰਦੇ ਸੰਗਤ ਦੇ ਵਿੱਚ ਜਿੰਨੀਆਂ ਬੁਰਾਈਆਂ ਨੇ ਨਾ, ਜੰਗਲੀ ਜਾਨਵਰ, ਕਲਯੁਗ, ਕਾਮ ਕਰੋ ਲੋਭ ਹੰਕਾਰ, ਇਹ ਪੈ ਨਹੀਂ ਸਕਦੇ। ਇਕੱਲੇ ਨੂੰ ਫੜ ਲੈਂਦੇ। ਸੰਗਤ ਇਹ ਕਾਫਲਾ, ਇਕੱਲੇ ਦਾ ਇਕੱਲਾ ਹੈ।
ਇਸ ਕਰਕੇ ਮਿਲ ਸਾਧ ਸੰਗਤ ਭਜ ਕੇਵਲ ਨਾਮ। ਪਹਿਲੋਂ ਆਖਿਆ ਮਿਲ ਸਾਧ ਸੰਗਤ, ਉਹਨਾਂ ਨੇ ਕਿ ਹਰ ਜਸ ਗਾਉਣਾ ਕੱਲਾ ਬਹਿ ਕੇ ਗਾਣਾ ਨਹੀਂ, ਸੰਤ ਜਨਾ ਮਿਲ ਹਰ ਜਸ ਗਾਇ। ਪਰ ਤਦੀ ਦੀ ਮਾਂ ਨੇ ਕਿਹਾ ਸੀ, ਪੁੱਤਰ ਜੰਗਲ 'ਚ ਚੱਲਿਆ ਹੈ, ਬਣ 'ਚ ਚੱਲਿਆ। ਹਾਂ ਮਾਂ, ਉਸੇ ਤਪ ਕਰਾਂਗਾ, ਮੇਰੀਆਂ ਕੋਈ ਗੱਲਾਂ ਨੇ ਪੁੱਤਰ, ਇਹ ਪੱਲੇ ਬਣ ਨਹੀਂ। ਇੱਕ ਤਾਂ ਸੋਨੇ ਦੇ ਭਾਂਡਿਆਂ 'ਚ ਪ੍ਰਸ਼ਾਦਾ ਛਕਣਾ ਹੈ, ਸੋਨੇ ਦੇ ਭਾਂਡਿਆਂ 'ਚ ਰੋਟੀ ਖਾਵੀਂ। ਦੂਸਰਾ ਨਿਤ ਨਵੇਂ ਬਸਤਰ ਪਾਵੇਂ। ਤੀਸਰਾ ਕਿਲੇ ਵਿੱਚ ਰਹੂੰ। ਕਹਿੰਦੇ ਮਾਂ ਇਸ ਦਿਨ ਨਹੀਂ ਬਚਣ ਔਖੇ ਆ। ਜੰਗਲ ਵਿੱਚ ਸੋਨੇ ਦੇ ਭਾਂਡੇ ਕਿੱਥੋਂ, ਨਵੇਂ ਬਸਤਰ ਕਿੱਥੋਂ, ਕਿਲਾ ਕਿੱਥੇ? ਕਹਿੰਦੀ ਪੁੱਤਰ ਹੱਥਾਂ ਦੇ ਪ੍ਰਸ਼ਾਦਾ ਛਕ ਲੈਣਾ, ਇਹ ਸੋਨੇ ਦੇ ਬਰਤਨ ਨੇ। ਆਖੋ ਵਾਹ। ਦੂਜਾ ਤਾਂ ਧਾਂ ਤੇ ਮਿੱਟੀ ਹੈ, ਹੱਥਾਂ ਦੇ ਉੱਤੇ ਪ੍ਰਸ਼ਾਦਾ ਛਕਣਾ, ਇਹ ਸੋਨੇ ਦੇ ਭਾਂਡਿਆਂ 'ਚ ਖਾਣਾ। ਨਵੇਂ ਬਸਤਰ, ਰੋਜ਼ ਵਿਭੂਤੀ ਚੜਾਉਣੀ ਹੈ, ਸਾਧੂ ਸੁਆਹ ਮਲ ਲੈਂਦੇ ਸਰੀਰ ਤੇ, ਕੋਈ ਬਿਮਾਰੀ ਉਹ ਵੀ ਚੱਕੀ ਜਾਂਦੀ। ਵੈਸੇ ਸਰੀਰ ਤੇ ਲੋਕੀ ਕੱਪੜੇ ਚੜਾਉਂਦੇ, ਵਿਭੂਤੀ ਚੜਾ ਲੈਂਦੇ ਆ। ਪਸ਼ੂ ਉਹਨਾਂ ਨਹਾ ਕੇ ਨਹੀਂ ਸੁੱਖ ਮਾਣਦਾ ਜਿੰਨਾ ਮਿੱਟੀ 'ਚ ਲੇਟ ਕੇ। ਇੱਕ ਸਰੀਰ ਲਈ ਗੋਹਣੇ ਵੱਡਾ। ਸਾਧੂਆਂ ਨੂੰ ਸ਼ਾਂਤੀ ਮਿਲਦੀ ਹੈ। ਨਵੇਂ ਬਸਤਰ ਰੋਜ਼ ਪਾਉਣੇ, ਵਿਭੂਤੀ ਚੜਾਉਣੀ, ਲਾ ਦੇਣੀ, ਫਿਰ ਨਵੀਂ ਚੜਾ ਲੈਣੀ। ਤੇ ਮਾਂ ਕਿਲਾ ਕਹਿੰਦੇ ਕੱਲਾ ਬੰਦਾ ਸ਼ੈਤਾਨ ਹੈ, ਕਿਸੇ ਨੂੰ ਕਮਰੇ 'ਚ ਵਾੜ ਦਿਓ ਕੱਲੇ ਨੂੰ, ਅੰਦਰ ਹੀ ਪਤਾ ਨਹੀਂ ਕੀ ਕੋਈ ਕਰੀ ਜਾਂਦਾ। ਸਾਰਿਆਂ ਦੇ ਸੰਤ ਮੰਡਲੀ 'ਚ ਰਹਿਣਾ, ਕਿਲੇ 'ਚ ਰਹਿਣਾ ਹੁੰਦਾ ਹੈ। ਸੰਤ ਇੱਕ ਦੂਜੇ ਦਾ ਲਾਜ, ਪਿਓ ਪੁੱਤਰ, ਮਾਂ ਬਾਪ, ਧੀ, ਸਭ ਇੱਕ ਦੂਜੇ ਦੀ ਸ਼ਰਮ ਹੈ। ਮਾਂ ਬਾਪ ਨੂੰ ਬੱਚਿਆਂ ਦਾ ਡਰ ਹੈ, ਬੱਚਿਆਂ ਨੂੰ ਮਾਂ ਬਾਪ ਦਾ ਡਰ ਹੈ। ਗੁਨਾਹਾਂ ਤੋਂ ਬਚਦੇ ਆ। ਸਾਰਿਆਂ ਦੇ ਵਿੱਚ ਰਹਿਣਾ, ਕਿਲੇ 'ਚ ਰਹਿਣਾ, ਨਿਤ ਵਿਭੂਤੀ ਮਲਣੀ ਸਰੀਰ ਤੇ, ਨਵੇਂ ਬਸਤਰ, ਹੱਥਾਂ ਤੇ ਲੰਗਰ ਛਕਣਾ, ਸੋਨੇ ਦੇ ਭਾਂਡੇ। ਸਾਧ ਸੰਗਤ ਨੂੰ ਵਡਿਆਈ ਦਿੱਤੀ, ਕਿਲਾ ਬਣ ਜਾਂਦਾ। ਕਿਲਾ ਇੱਥੇ ਨਹੀਂ ਬਰਿਆਈਆਂ ਵੜਦੀਆਂ, ਸੰਗਤ ਤੋਂ ਬਾਹਰ ਖੜਦੀਆਂ ਬਿਮਾਰੀਆਂ ਸਾਰੀਆਂ। ਸੰਗਤ ਦਾ ਪ੍ਰਤਾਪ ਹੈ। ਮੇਨ ਜੁੜਨਾ ਹੁੰਦਾ ਹੈ, ਪਤਾ ਨਹੀਂ ਵਿੱਚੋਂ ਕਿੰਨੇ ਕੁ ਸਰੀਰ ਜੁੜ ਜਾਂਦੇ ਆ, ਲਾਭ ਸਾਰਿਆਂ ਨੂੰ ਮਿਲਦਾ। ਸਾਧ ਸੰਗ ਜੋ ਰਹਿਣਾ, ਇਹ ਬੜਾ ਉੱਤਮ ਹੈ। ਇਹ ਗੁਰੂ ਸਾਹਿਬ ਵਿੱਚ ਅੰਗ ਅੰਗ ਤੇ ਬੰਦੇ ਨੂੰ ਪ੍ਰੇਰਨਾ ਦਿੱਤੀ ਕਿ ਕੋਸ਼ਿਸ਼ ਕਰ ਸਾਧ ਸੰਗਤ ਦੇ ਵਿੱਚ। ਸਾਧ ਸੰਗਤ ਬੰਦਿਆਂ ਦੀ ਨਹੀਂ, ਇਕੱਠ ਦੀ ਨਹੀਂ। ਬਹੁਤ ਵੱਡਾ ਇਕੱਠ ਹੋ ਜੇ ਸਾਧ ਸੰਗਤ, ਬਾਜ਼ਾਰਾਂ 'ਚ ਵੀ ਹੈ, ਮੇਲਿਆਂ 'ਚ ਵੀ, ਸਿਨੇਮਿਆਂ 'ਚ ਵੀ ਹੈ, ਜਲਸਿਆਂ 'ਚ ਵੀ ਹੈ। ਸਾਧ ਸੰਗਤ ਕਿਹੜੀ ਹੈ? ਜਿੰਦੇ ਵਿੱਚ ਕੋਈ ਮਹਾਂਪੁਰਸ਼ ਬੈਠੇ ਹੋਣ। ਆਖੋ ਸੀ ਵਾਹਿਗੁਰੂ। ਮੌਜੂਦਗੀ ਹੈ ਬਾਬਾ ਆਨੰਦ ਸਿੰਘ ਮਹਾਰਾਜ ਜੀ ਬੈਠੇ ਆ, ਗੁਰੂ ਨਾਨਕ ਸਾਹਿਬ ਬੈਠੇ ਆ। ਸਾਰੀ ਸਾਧ ਸੰਗਤ ਬਣਦੀ ਏ ਮਹਾਂਪੁਰਸ਼ਾਂ ਦੇ, ਸਾਧੂਆਂ ਦੇ ਨਾਲ। ਸਾਧੂ ਦੀ ਸੰਗਤ ਕੁਝ ਪਲਾਂ ਦੀ ਅਗਿਆਨਤਾ ਚੱਕ ਦਿੰਦੀ, ਹਨੇਰੇ ਦੂਰ ਕਰਦੀ,
ਇੱਕ ਕੁਝ ਪਲਾਂ ਦੀ ਸੰਗਤ ਤੇ ਮੁਖ ਦੇ ਕਹੇ ਹੋਏ ਵਾਕ ਜ਼ਿੰਦਗੀ ਨੂੰ ਧਾਰ ਕੇ ਲੈ ਜਾਂਦੇ, ਕੁੱਲਾਂ ਨੂੰ ਧਾਰ ਕੇ ਲੈ ਜਾਂਦੇ। ਭੂਮੀਏ ਨੂੰ ਵਾਕ ਹੀ ਮਿਲੇ ਸੀ ਨਾ, ਬਾਬੇ ਨਾਨਕ ਦੀ ਸੰਗਤ ਹੀ ਮਿਲੀ ਸੀ ਨਾ ਕੁਝ ਪਲਾਂ ਦੀ। ਭੂਮੀਆ ਰਾਜ ਭਾਗ ਧਾਰ ਕੇ ਲੈ ਗਿਆ। ਕੋਈ ਬ੍ਰਾਹਮਣਾਂ ਦੇ ਬੱਚੇ ਨੇ ਤਪ ਕੀਤਾ, ਉਹਨਾਂ ਕੇ ਸ੍ਰਿਸ਼ਟੀ ਦਾ ਮੰਤਰ ਜਪਣਾ, ਮੈਂ ਵਿਦਵਾਨ ਹੋ ਜਾਵਾਂ, ਗੁਣ ਆ ਜਾਣ, ਮੇਰੀ ਰਸਨਾ ਤੇ ਰੱਬ ਬੈਠ ਜੇ, ਸ੍ਰਿਸ਼ਟੀ ਦਾ ਵਾਸਾ ਹੋਵੇ, ਪ੍ਰਭ ਕੀ ਬਸੇ ਸਾਧ ਕੀ ਰਸਨਾ। ਮੰਤਰ ਬਹੁਤ ਸਿਮਰਿਆ, ਸਿਮਰਨ ਦੇ ਨਾਲ ਦਰਸ਼ਨ ਹੋਏ ਸ੍ਰਿਸ਼ਟੀ ਦੇ ਦੇਵੀ ਦੇ। ਉਹਨੇ ਵਰ ਦਿੱਤਾ, ਜਾ ਤੈਨੂੰ ਆਪਣੇ ਆਪ ਮੰਤਰ ਫੁਰਨਗੇ। ਉਹ ਆਪਣੇ ਘਰ ਗਿਆ, ਅੱਗੇ ਘਰ ਵਾਲੀ ਆ ਰਹੀ ਸੀ, ਇਹਨੇ ਮੁੱਖੋਂ ਵਾਕ ਬੋਲਿਆ, ਆਸਨ ਝਾੜਨੰ ਕਿਰਤਵੇ। ਸੰਸਕ੍ਰਿਤ ਵਾਂਗੂ ਆਸਨ ਝਾੜਨੰ ਕਿਰਤਵੇ। ਅੱਗੋਂ ਦੀ ਪਤਨੀ ਬੋਲੀ, ਇਸਤਰੀ ਮਾਰਗ ਵਿਵਰਜਤੇ। ਇਹ ਬੋਲਿਆ ਜਾਗਰਤ ਕੁੱਤੋਂ ਸੇ। ਇਸਤਰੀ ਬੋਲੀ, ਜਤਰ ਕ੍ਰੋਧੰ ਤਤਰ ਖਿਮਾ। ਇਹਨੂੰ ਸ਼ਲੋਕ ਬਣ ਗਿਆ ਚਾਰਾਂ ਦਾ। ਇੱਕ ਪੰਕਤੀ ਇਹ ਬੋਲਿਆ, ਇੱਕ ਇਹਦੀ ਘਰ ਵਾਲੀ ਅੱਗੋਂ ਬੋਲੀ, ਦੂਜੀ ਫਿਰ ਇਹ ਬੋਲਿਆ, ਫਿਰ ਉਹ ਘਰ ਵਾਲੀ ਬੋਲੀ। ਵਾਰਸੀ ਸ੍ਰਿਸ਼ਟੀ ਦਾ ਕਿ ਤੇਰੇ ਰਸਨਾ ਤੇ ਸ੍ਰਿਸ਼ਟੀ ਵਸੇਗੀ, ਮੰਤਰ ਫੁਰਨ ਕੇ ਆਸਨ ਝਾੜਨੰ ਕਿਰਤਵੇ। ਇਸਤਰੀ ਮਾਰਗ ਵਿਵਰਜਤੇ, जागृत कुत्तों से। जतर क्रोधं ततर खिमा। जतर क्रोधं ततर खिमा। ਇਹ ਸ਼ਲੋਕ ਫੁਰਿਆ ਨੇ ਕਿ ਵੀ ਉੱਥੋਂ ਦਾ ਰਾਜਾ ਜਿਹੜਾ ਵੀ ਕੋਈ ਸ਼ਲੋਕ ਸੁਣਾਉਂਦਾ ਸੀ ਨਾ ਉਹਨੂੰ ਕੀਮਤੀ ਧਨ ਦਿੰਦਾ ਸੀ। ਇਹ ਹੁਣ ਸਾਧੂ ਰੂਪ ਹੋ ਗਿਆ, ਨਾਮ ਜਪਦਾ ਹੈ। ਜਿਵੇਂ ਖਾਲਸਾ ਜੀ ਦੱਸ ਰਹੇ ਸੀ ਕਿ ਮਾਈ ਨੇ 1.25 ਲੱਖ ਮੂਲ ਮੰਤਰ ਕੀਤਾ, ਆਦਤ ਬਣ ਗਈ, ਸਾਧੂ ਜਾਮਾ ਹੋ ਗਿਆ, ਦੂਜਿਆਂ ਦੇ ਵੀ ਦੁੱਖ ਹਟਾਉਣ ਲੱਗ ਪਏ। ਬਾਬਾ ਜੀ ਕੋਲ ਇੰਨਾ ਬੋਲਾ ਕੋਈ ਆ ਗਿਆ ਜੀ ਮੈਨੂੰ ਰੱਖ ਲਓ, ਮੈਂ ਭਾਂਡੇ ਮਾਂਜ ਲਾਂਗਾ, ਅੱਗ ਡਾ ਦਿਆਂਗਾ, ਇਹ ਕਰਾਂਗਾ ਉਹ ਕਰਾਂਗਾ। ਬਾਬਾ ਜੀ ਕਹਿੰਦੇ ਮੇਰੀ ਰੋਟੀ, ਬਾਬਾ ਜੀ ਕਹਿੰਦੇ ਅਸੀਂ ਇੰਨੇ ਕਿੱਥੋਂ ਸੰਭਾਲ ਲਾਂਗੇ। ਕਹਿੰਦਾ ਜੀ ਮੇਰੀ ਰੋਟੀ ਦਾ ਪ੍ਰਬੰਧ ਹੋ ਜਾਏਗਾ। ਕਹਿੰਦੇ ਰੋਟੀ ਤਾਂ ਤੂੰ ਦੂਜਿਆਂ ਨੂੰ ਵੀ ਦੇਵੇਂਗਾ, ਜਾ ਖੂਹ ਤੇ ਬਹਿ ਕੇ 1.25 ਲੱਖ ਮੂਲ ਮੰਤਰ ਦਾ ਪਾਠ ਕਰ। ਉਹ ਦੂਜਿਆਂ ਨੂੰ ਵੀ ਵਰ ਦੇਣ ਲੱਗਾ, ਲੋਕ ਮੱਥੇ ਟੇਕਣ ਲੱਗੇ। ਮੂਲ ਮੰਤਰ ਕਰਕੇ ਸਿੱਧੀਆਂ ਆ ਗਈਆਂ। ਇਹ ਗੁਰਬਾਣੀ ਪਾਠ ਸਿਮਰਨ, ਇਹਨੂੰ ਜਪ ਜਪ ਕੇ ਸਾਧੂ ਸੰਤ ਮਹਾਤਮਾ ਗੁਰਮੁਖ ਉਹਨੇ ਜਪਿਆ, ਸ੍ਰਿਸ਼ਟੀ ਦਾ ਵਾਸਾ ਹੋ ਗਿਆ। ਮੁਖੋਂ ਸ਼ਲੋਕ ਨਿਕਲਣ ਲੱਗੇ ਤੇ ਫਿਰ ਬੋਲ ਵੀ ਕੀਮਤੀ ਹੁੰਦੇ ਆ, ਆਖੋ ਸੀ ਫਜ਼ੂਲ ਨਹੀਂ ਹੁੰਦੇ। ਗੁਰੂਆਂ ਦੇ ਬੋਲ ਕੀਮਤੀ ਨੇ, ਕੋਈ ਵੀ ਪੱਲੇ ਬੰਨ ਲਵੇ। ਮਹਾਂਪੁਰਖ ਦਾ ਬਚਨ ਕੋਈ ਵੀ ਪੱਲੇ ਬੰਨ ਲੈ ਕਿਸੇ ਤਰ੍ਹਾਂ। ਰਾਜੇ ਨੂੰ ਜਾ ਕੇ ਸ਼ਲੋਕ ਸੁਣਾਉਣ ਵਾਸਤੇ ਗਿਆ।
ਰਾਜਾ ਧਨ ਦਿੰਦਾ ਸੀ। ਹੁਣ ਰਾਜਾ ਤਾਂ ਹੈ ਨਹੀਂ, ਮਰ ਗਿਆ ਸੀ। ਉਹਦਾ ਵੱਡਾ ਪੁੱਤਰ ਗੱਦੀ ਤੇ ਬੈਠਾ ਸੀ। ਉਹਨੂੰ ਜਾ ਕੇ ਸ਼ਲੋਕ ਸੁਣਾਇਆ, ਆਸਨ ਝਾੜਨ ਕਿਰਤ ਹੋਏ ਇਸਤਰੀ ਮਾਰਗ ਵਿਵਰਜਤੇ, ਜਾਗਰਤ ਕੁੱਤੋਂ ਸੇ ਜਤਰ ਕ੍ਰੋਧੰ ਤਤਰੰ ਖਿਮਾ। ਉਹ ਬਹੁਤ ਪ੍ਰਸੰਨ ਹੋਇਆ। ਉਹਨੇ ਇਹਨਾਂ ਸੰਤਾਂ ਦਾ ਵਾਕ ਪੱਲੇ ਬੰਨ ਲਿਆ। ਆਸਨ ਝਾੜਨ ਕਿਰਤਵੇ, ਭਾਵ ਕਿ ਜਦੋਂ ਬਹਿਣਾ ਆਪਦਾ ਆਸਨ ਝਾੜ ਕੇ ਬਹਿਣਾ। ਕਿਸੇ ਕੱਲੀ ਔਰਤ ਦੇ ਨਾਲ ਮਾਰਗ ਤੇ ਨਹੀਂ ਜਾਣਾ। ਜਿਹਨੂੰ ਤੁਸੀਂ ਕੋਈ ਜਾਣਦੇ ਨਹੀਂ, ਕੋਈ ਨਵੀਂ ਔਰਤ ਕਿਸੇ ਥਾਂ ਤੇ ਮਿਲੇ, ਉਹਦੇ ਨਾਲ ਨਹੀਂ ਜਾਣਾ, ਕੋਈ ਛਲ ਹੋ ਸਕਦਾ ਹੈ। ਜਾਗਰਤ ਕੁੱਤੋਂ ਸੇ, ਜਿੱਥੇ ਕੋਈ ਬੁਲਾਵਾ ਨੇ ਉੱਥੇ ਜਾ ਕੇ ਰਹੋ। ਜਦੋਂ ਕ੍ਰੋਧ ਆਏ ਉਦੋਂ ਖਿਮਾ ਕਰੋ। ਇਹ 4 ਬਚਨ ਸੀ। ਜਦੋਂ ਗੁੱਸਾ ਆਏ ਨਾ, ਉਹਦੀ ਉਲਟੇ ਖਿਮਾ ਧਾਰਨ ਕਰ ਲਓ। ਕ੍ਰੋਧ ਨੁਕਸਾਨ ਕਰੇਗਾ। ਇਹਨੇ 4 ਵਾਕ ਸੰਤਾਂ ਦੇ ਪੱਲੇ ਬੰਨ ਲਏ ਕਿ ਕੱਲੀ ਔਰਤ ਕੋਈ ਮਿਲ ਜੇ ਉਹਦੇ ਨਾਲ ਜਾਣਾ ਨਹੀਂ। ਜਦੋਂ ਗੁੱਸਾ ਆਵੇ ਖਿਮਾ ਧਾਰਨ ਕਰ ਲੈਣੀ। ਜਿੱਥੇ ਡਰ ਭਏ ਆ, ਮੁਸ਼ਕਲਾਂ ਨੇ, ਉੱਥੇ ਜਾ ਕੇ ਰਹਿਣਾ ਹੈ। ਆਪਣਾ ਆਸਨ ਝਾੜ ਕੇ ਬੈਠਣਾ। ਇਹਨੇ ਨੇਮ ਬਣਾ ਲਿਆ ਆਸਨ ਝਾੜਨਾ। ਇਹਦਾ ਭਰਾ ਬੜੀ ਖਾਰ ਖਾਂਦਾ ਸੀ, ਛੋਟਾ ਸੀ। ਰਾਜੇ ਦੇ ਰਾਜਕੁਮਾਰ ਰਾਜ ਮਿਲਿਆ ਵੱਡੇ ਪੁੱਤਰ ਨੂੰ। ਛੋਟੇ ਨੇ ਕਿਹਾ ਵੀ ਮੈਂ ਕਿਵੇਂ ਨਾ ਕਿਵੇਂ ਰਾਜ ਖੋਹ ਲਵਾਂ, ਮੰਤਰੀ ਵਸ ਕਰ ਲੈ। ਆਪਦੇ ਘਰ ਨਿਉਂਦਾ ਰੱਖਿਆਂ ਦੀ ਰੋਟੀ ਦਾ। ਵੱਡੇ ਭਰਾ ਨੂੰ ਸੱਦਿਆ ਮਾਣ ਸਨਮਾਨ ਵਾਸਤੇ। ਜਿੱਥੇ ਇਹਦਾ ਆਸਣ ਲਾਇਆ ਉਥੇ ਮੁੱਗ ਸੀ। ਮੁੱਗ ਦੇ ਥੱਲੇ ਤੇਲ ਦਾ ਕੜਾਇਆ ਸੀ, ਤਪਦਾ ਪਿਆ। ਉਹਦੇ ਉੱਤੇ ਇਹਦਾ ਆਸਣ ਰੱਖਿਆ ਵੀ ਬੈਠੇਗਾ ਤੇ ਗਿਰ ਜਾਏਗਾ, ਵਿੱਚ ਕਹਿ ਦੇਗਾ ਵੀ ਆਪ ਹੀ ਗਿਰਿਆ, ਠੁੱਡਾ ਖਾ ਗਿਆ। ਮੰਤਰੀ ਗੰਢੇ ਹੋਏ ਸੀ। ਇਹ ਭਰਾ ਦੇ ਨਿਉਂਦੇ ਦੇ ਸਤਿਕਾਰ ਤੇ ਬੜੀ ਉਹਨੇ ਜੀਆਂ ਆਖਿਆ, ਬੜੇ ਫੁੱਲ ਵਰਸਾਏ, ਬੜਾ ਸਵਾਗਤ ਕੀਤਾ ਮਾਰਨ ਵਾਸਤੇ। 4 ਸਾਰੇ ਮਿੱਠੇ ਬੋਲ, ਸਮਝਿਓ ਮਿੱਠੇ ਨਹੀਂ ਹੁੰਦੇ। ਸਾਰੇ ਸਤਿਕਾਰ ਨਹੀਂ ਹੁੰਦੇ। ਸਾਰੇ ਖਾਣੇ ਅੰਮ੍ਰਿਤ ਨਹੀਂ ਹੁੰਦੇ, ਜ਼ਹਿਰ ਵੀ ਹੋ ਸਕਦੀ। ਇਹ ਗਿਆ ਜਦੋਂ, ਹੁਣ ਬਚਨ ਸੀ ਮਹਾਂਪੁਰਖਾਂ ਦਾ ਕਿ ਆਸਨ ਝਾੜ ਕੇ ਬਹਿਣਾ। ਇਹਨੇ ਜਦੋਂ ਆਸਨ ਚੱਕਿਆ ਤੇ ਥੱਲੇ ਕੱਖ ਕਾਣੇ ਜੇ ਲਾਏ ਤੇ ਥੱਲੇ ਮੁੱਗ, ਥੱਲੇ ਤੇਲ ਦਾ ਕੜਾਇਆ ਤਪਦਾ ਪਿਆ। ਕਹਿੰਦਾ ਤਾਂ ਬਚ ਗਈ। ਸੰਤਾਂ ਦੇ ਪਹਿਲੇ ਬਚਨ ਨੇ ਜਾਨ ਬਚਾਦੀ। ਇਹ ਭਾਈ ਨਹੀਂ, ਮੇਰਾ ਵੈਰੀ ਏ। ਇਹਨੇ ਮੈਨੂੰ ਮਾਰਨ ਦੇ ਸਾਰੀ ਵਿਉਂਤ ਬਣਾਈ। ਸਾਰਾ ਕੁਝ ਵੇਖ ਕੇ ਉੱਥੇ ਨਿਉਂਤਾ ਵੀ ਨਹੀਂ ਖਾਧਾ ਕਿ ਤੂੰ ਤਾਂ ਮੇਰੇ ਨੂੰ ਮਾਰਨ ਦੇ ਵਾਸਤੇ ਹੀ ਤੁਲਿਆ। ਮੰਤਰੀ ਤੇਰੇ ਨਾਲ ਰਲਿਆ, ਮੈਂ ਕੀ ਲੈਣਾ ਰਾਜ ਭਾਗ ਤੋਂ, ਤੂੰ ਸੰਭਾਲ ਭਾਈ। ਵਿਰਾਗ ਹੋ ਗਿਆ। ਭਰਾ ਦੀ ਈਰਖਾ ਵੇਖ ਕੇ ਵਿਰਾਗ ਧਾਰਨ ਕਰ ਲਿਆ। ਘਰ ਵਾਲੀ ਨੂੰ
ਘਰੇ ਛੱਡ ਕੇ ਉੱਥੇ ਵੀ ਤੂੰ ਰਹਿ, ਸਮਾਂ ਪਾਸ ਕਰ। ਆਪ ਚੋਰੀ ਕੁਝ ਵਸਤਾਂ, ਕੁਝ ਪਦਾਰਥ, ਕੁਝ ਸਮਾਨ ਨਾਲ ਲੈ ਕੇ ਘੋੜੇ ਤੇ ਬਹਿ ਕੇ ਨਿਕਲ ਗਿਆ। ਰਾਤ ਨੂੰ ਅੱਗੇ ਤੁਰਿਆ ਜਾਂਦਾ ਹੈ, ਜਾ ਰਿਹਾ ਕਿ ਇੱਕ ਰਸਤੇ 'ਚ ਔਰਤ ਮਿਲੀ। ਦੂਰ ਜਾ ਕੇ ਇਹਨੇ ਉਹਦੇ ਵੱਲ ਵੇਖਿਆ, ਉਹਨੇ ਇਹਦੇ ਵੱਲ ਵੇਖਿਆ। ਪੁੱਛਿਆ ਤੂੰ ਕਿਵੇਂ ਇਸ ਵੇਲੇ ਹਨੇਰੇ 'ਚ? ਕਹਿੰਦੀ ਮੇਰਾ ਕੋਈ, ਮੈਂ ਰਾਜੇ ਦੇ ਨਾਲ ਲੜ ਕੇ ਜਾ ਰਹੀ ਹਾਂ, ਰਾਜੇ ਦੀ ਪਤਨੀ ਆ, ਮੈਂ ਰਾਜੇ ਤੋਂ ਨਿਰਾਸ਼ ਹੋ ਕੇ ਜਾ ਰਹੀ ਹਾਂ। ਮੇਰਾ ਕੋਈ ਸੱਜਣ, ਉਹਨੇ ਟਾਈਮ ਦਿੱਤਾ ਸੀ, ਮੈਂ ਆ ਗਈ ਪਰ ਉਹ ਨਹੀਂ ਆਇਆ। ਮੈਂ ਹੁਣ ਵਾਪਸ ਵੀ ਨਹੀਂ ਜਾ ਸਕਦੀ। ਮੈਨੂੰ ਤੇਰੇ ਨਾਲ ਆਪਦੀ ਉਮਰਾਂ ਵੀ ਮਿਲਦੀ ਲੱਗਦੀ ਹੈ। ਤੂੰ ਵੀ ਰਾਜੇ ਦਾ ਪੁੱਤਰ ਲੱਗਦਾ ਹੈ, ਮੈਂ ਵੀ ਰਾਣੀ ਲੱਗਦੀ ਹਾਂ, ਤੇ ਤੂੰ ਵੀ ਕੋਈ ਰਾਜਾ ਲੱਗਦਾ, ਮੈਂ ਵੀ ਰਾਣੀ ਆ, ਮੈਨੂੰ ਆਪਣੇ ਨਾਲ ਲੈ ਜਾ। ਇਹਨੇ ਆਪਦੀ ਕਹਾਣੀ ਸੁਣਾਈ ਸਾਰੀ, ਉਹਨੇ ਆਪਦੀ ਸੁਣਾਈ। ਪਰ ਬਚਨ ਯਾਦ ਆ ਗਿਆ ਕਿ ਇਸਤਰੀ ਮਾਰ ਗਏ ਬਵਰਜ ਤੇ, ਜੇ ਕੋਈ ਰਾਹ 'ਚ ਔਰਤ ਮਿਲਦੀ ਕਿਤੇ, ਉਹਦੇ ਤੋਂ ਪਿੱਛੇ ਹਟ ਜਾਓ, ਕੋਈ ਤੁਹਾਡੇ ਲਈ ਕਲੰਕ ਸਾਬਤ ਹੋ ਸਕਦਾ ਹੈ। ਇਹਨੂੰ ਬਚਨ ਯਾਦ ਆ ਗਿਆ, ਇਹਨੇ ਤਰੀਕੇ ਨਾਲ ਖਹਿੜਾ ਛਡਾ ਲਿਆ। ਉਹਨੂੰ ਕੋਈ ਹੋਰ ਆਦਮੀ ਮਿਲ ਗਿਆ, ਉਹਦੇ ਨਾਲ ਚੱਲ ਪਈ। ਉਧਰ ਪਿੱਛਾ ਕਰਦੇ ਹੋਏ ਬੰਦੇ ਉਹਨੂੰ ਲੱਭਦੇ ਹੋਏ ਪਿੱਛੇ ਬੰਦੇ ਪਹੁੰਚ ਗਏ। ਉਹਨਾਂ ਨੇ ਉਸ ਬੰਦੇ ਨੂੰ ਪਕੜ ਲਿਆ ਕਿ ਤੂੰ ਇਹਨੂੰ ਲੈ ਕੇ ਜਾ ਰਿਹਾ, ਤੂੰ ਹੀ ਦੋਸ਼ੀ। ਉਹਨੂੰ ਲੈ ਗਏ, ਰਾਜੇ ਦੇ ਬੰਦੇ ਫੜ ਕੇ ਉਹਨੂੰ ਜਾ ਕੇ ਸਜ਼ਾ ਦੇ ਦਿੱਤੀ। ਰਾਣੀ ਨੂੰ ਉੱਥੇ ਰਾਜੇ ਨੇ ਸਮਝਾਇਆ, ਰੱਖਿਆ, ਜੋ ਵੀ ਕੀਤਾ। ਇਹ ਕਹਿੰਦਾ ਵੀ ਮੈਂ ਬਚ ਗਿਆ। ਸੰਤਾਂ ਦੇ ਪਹਿਲੇ ਬਚਨ ਨਾਲ ਮਰਨ ਤੋਂ ਬਚਿਆ, ਦੂਜੇ ਬਚਨ ਤੇ ਵਿੱਚ ਫਸਣ ਤੇ ਇਥੋਂ ਬਚਿਆ। ਆਸਨ ਝਾੜਦੰ ਕਿਰਤਵੇ, ਇਸਤਰੀ ਮਾਰਗ ਵਿਵਰਜਤੇ, ਜਾਗਰਤ ਭੈ ਕੁੱਤੋਂ ਸੇ। ਹੁਣ ਅਗਲੇ ਦੇਸ਼ ਚਲਾ ਗਿਆ। ਪੁੱਛਿਆ ਕੋਈ ਇੱਥੇ ਬਾਹਰਲੇ ਬੰਦੇ ਨੂੰ ਪਨਾਹ ਦਿੰਦਾ ਹੈ, ਕੋਈ ਰੱਖ ਲੇਗਾ? ਕਹਿੰਦੇ ਇੱਕ ਬ੍ਰਾਹਮਣੀ ਏ, ਉਹ ਬਾਹਰਲੇ ਬੰਦਿਆਂ ਨੂੰ ਪਨਾਹ ਦਿੰਦੀ ਏ, ਰੱਖਦੀ ਏ, ਸੰਭਾਲਦੀ ਏ। ਦਰਦ ਬੰਦੇ ਬਹੁਤ। ਉਹਨੇ ਜ਼ਿੰਦਗੀ ਦਾ ਕਰਮ ਧਾਰ ਛੱਡਿਆ। ਕੋਈ ਬਾਹਰੋਂ ਆਵੇ ਉਹਨੂੰ ਸੰਭਾਲਣਾ ਹੈ, ਉਹਨੂੰ ਆਸਰਾ ਦੇਣਾ ਹੈ, ਉਹਨੂੰ ਕਰ ਦੇਣਾ ਹੈ, ਉਹਨੂੰ ਰੋਟੀ ਪਾਣੀ ਦੇਣਾ ਹੈ। ਇਹ ਉਸ ਬ੍ਰਾਹਮਣੀ ਕੋਲ ਚਲਾ ਗਿਆ। ਉਹਨੇ ਪਨਾਹ ਦਿੱਤੀ, ਰੋਟੀ ਪਾਣੀ ਦਿੱਤਾ, ਬਿਠਾਇਆ ਤੇ ਰੋਂਦੀ ਹੈ। ਇਹਨੇ ਰੋਣ ਦਾ ਕਾਰਨ ਪੁੱਛਿਆ। ਉਹ ਕਹਿਣ ਲੱਗੀ ਮੇਰਾ ਇੱਕੋ ਇੱਕ ਪੁੱਤਰ ਹੈ। ਇੱਥੋਂ ਦਾ ਜਿਹੜਾ ਰਾਜਾ ਹੈ ਨਾ, ਉਹਦੇ ਬੰਦੇ ਰੋਜ਼ ਇੱਕ ਆਦਮੀ ਲੈ ਕੇ ਜਾਂਦੇ ਆ। ਉਹ ਆਦਮੀ ਵਾਪਸ ਨਹੀਂ ਆਉਂਦਾ। ਕੋਈ ਉਹਨਾਂ ਦੇ ਕੋਲ ਬਹੁਤ ਹੀ ਭਿਆਨਕ ਬਲਾ ਹੈ ਜਿਹੜੀ ਉਸ ਆਦਮੀ ਨੂੰ ਖਾ ਜਾਂਦੀ ਹੈ। ਰਾਜਾ ਬਲਾ ਨੂੰ ਰੋਜ਼ ਇੱਕ ਬੰਦਾ ਦਿੰਦਾ ਹੈ। ਅੱਜ ਮੇਰੇ ਪੁੱਤਰ ਦੀ ਵਾਰੀ ਹੈ। ਉਹ ਕਹਿਣ ਲੱਗਾ ਵੀ ਮੈਂ ਤੇਰੀ ਕੋਈ ਮਦਦ ਕਰ ਸਕਦਾ, ਤੂੰ ਪਰਦੇਸੀਆਂ ਨੂੰ ਪਨਾਹ ਦੇ ਕੇ ਸੰਭਾਲਦੀ, ਤੇਰੇ ਜਿਹੀ ਕੋਈ ਪਰਉਪਕਾਰੀ ਔਰਤ ਨਹੀਂ।
ਜਿਹੜਾ ਪਰਦੇਸੀਆਂ ਨੂੰ ਸੰਭਾਲਦਾ ਹੈ, ਪਰਦੇਸੀਆਂ ਨੂੰ ਲੁੱਟਦਾ ਹੈ, ਉਹਦੇ ਜਿਹਾ ਪਾਪੀ ਨਹੀਂ ਕੋਈ। ਜਿਹੜਾ ਪਰਦੇਸੀਆਂ ਨੂੰ ਪਨਾਹ ਦਿੰਦਾ, ਸੰਭਾਲਦਾ, ਉਹਦੇ ਜਿਹਾ ਪਰਉਪਕਾਰੀ ਨਹੀਂ ਕੋਈ। ਤੇ ਮੈਂ ਤੇਰੇ ਪੁੱਤਰ ਦੀ ਥਾਂ ਦੇ ਮਰਨ ਨੂੰ ਤਿਆਰ ਹਾਂ। ਮੈਂ ਆਪਣੀਆਂ ਜੋ ਜ਼ਿੰਦਗੀ ਦੀਆਂ ਘਟਨਾ ਨੇ, ਦੁੱਖ ਦੀਆਂ, ਮੈਂ ਉਹਨਾਂ ਤੋਂ ਪਰਾਮ ਹਾਂ। ਮੈਂ ਮਰਨਾ ਚਾਹੁੰਦਾ। ਤੂੰ ਮਨਜ਼ੂਰ ਕਰੇ ਮੈਂ ਤੇਰੇ ਪੁੱਤਰ ਦੀ ਥਾਂ ਤੇ ਮੈਂ ਜਾਵਾਂਗਾ। ਜੇ ਮੈਂ ਮਰ ਗਿਆ ਫਿਰ ਵੀ ਬਹੁਤ ਚੰਗਾ, ਕਿਸੇ ਲੇਖੇ ਲੱਗ ਜਾਵਾਂਗਾ। ਜੇ ਬਚ ਗਿਆ ਤੇ ਫਿਰ ਵੀ ਬਹੁਤ ਚੰਗਾ। ਉਸ ਬਲਾਂਤ ਉਹਨੂੰ ਪਤਾ ਸੀ ਮਹਾਂਪੁਰਸ਼ਾਂ ਦੇ ਵਾਕ ਨੇ ਮੇਰੇ ਕੋਲ, ਮੈਨੂੰ ਤੱਤੀ ਹਵਾ ਨਹੀਂ ਲੱਗ ਸਕਦੀ। ਆਖੋ ਸੀ ਵਾਹਿਗੁਰੂ। ਇੱਕ ਘੜੀ ਸਤਸੰਗ ਕਿਹਾ ਨਾ ਕਿ ਸਾਧੂ ਮਹਾਂਪੁਰਸ਼ ਦਾ ਇੱਕ ਸ਼ਲੋਕ, ਇੱਕ ਦਰਸ਼ਨ ਰਾਜੇ ਦੇ ਕੰਨਾਂ 'ਚ ਪਏ, ਇੱਕ ਸ਼ਲੋਕ ਕੰਨਾਂ 'ਚ ਪਿਆ। ਉਹਨੂੰ ਪਹਿਲੋਂ ਭਰਾ ਦੇ ਕੋਲ ਮਰਨ ਤੋਂ ਬਚਾਇਆ, ਫਿਰ ਰਾਹ ਦੇ ਮਾਰਗ ਤੋਂ, ਹੁਣ ਤੀਜੀ ਹੁਣ ਬਲਾਂ ਦੇ ਨਾਲ ਟੱਕਰ ਲੱਗੀ। ਭਰੋਸਾ ਗੁਰੂ ਦੇ ਬਚਨ ਦਾ ਹੈ। ਜੇ ਭਰੋਸਾ ਨਹੀਂ ਤੇ ਤੁਹਾਨੂੰ ਕੋਲ ਕੋਈ ਨਹੀਂ। ਜੇ ਗੁਰੂ ਤੇ ਭਰੋਸਾ ਹੈ ਨਾ ਤੇ ਫਿਰ ਡਰਨ ਦੀ ਲੋੜ ਵੀ ਨਹੀਂ। ਪਹਿਲੋਂ ਮਹਾਂਪੁਰਖ ਸਾਧੂ ਸੰਗਤ ਤੇ ਭਰੋਸਾ ਕਰੋ, ਫਿਰ ਡਰੋ ਨਾ। ਜਿੱਥੇ ਲੋੜ ਪਈ ਉੱਥੇ ਖੜੇ ਹੋਏ ਦਿਸਣਗੇ। ਭਰੋਸੇ ਦਾ ਬੇੜਾ ਪਾਰ। ਜਿਹੜਾ ਪਿੱਛੇ ਰੱਖਿਆ ਕਰਦਾ, ਮੈਂ ਬਾਬਾ ਜੀ ਨੇ ਭਜਨ ਕੀਤਾ, ਜਾ ਠੰਡੇ ਪਹਾੜਾਂ ਨੂੰ ਚਲਾ ਜਾ। ਮੈਂ ਬਿਨਾਂ ਪੈਸਿਆਂ ਤੋਂ ਤੁਰ ਗਿਆ। ਇੱਕ ਥਾਂ ਤੇ ਮੇਰੀ ਟਿਕਟ ਕਟਾਈ ਕਿਸੇ ਨੇ, ਦੂਜੀ ਥਾਂ ਮਹਾਂਪੁਰਸ਼ਾਂ ਨੇ ਕਟਾਈ। ਪਠਾਨਕੋਟ ਪਹੁੰਚ ਗਿਆ ਕਿ ਮੰਜ਼ਿਲ ਦੂਰ ਸੀ, ਕੁੱਲੂ ਮਨਾਲੀ ਬਰਫ਼ ਦੇ ਪਹਾੜਾਂ 'ਚ ਜਾਣਾ ਸੀ। ਡਰਾਈਵਰ ਮੈਨੂੰ ਕਹਿਣ ਲੱਗਾ ਵੀ ਭਾਈ ਤੇਰੀ ਉਮਰ ਵੀ ਛੋਟੀ ਹੈ, 12-13 ਸਾਲਾਂ ਦਾ ਤੂੰ ਲੱਗਦਾ ਤੇ ਇਕੱਲਾ ਤੂੰ ਜਾ ਰਿਹਾ, ਕਾਰਨ ਕੀ ਹੈ? ਮੈਂ ਕਿਹਾ ਮੈਂ ਸਹੀ ਦੱਸਾਂ, ਮੇਰੇ ਗੁਰੂ ਦਾ ਬਚਨ ਹੈ ਕਿ ਠੰਡੇ ਪਹਾੜਾਂ ਨੂੰ ਚਲਾ ਜਾ। ਮੈਂ ਨਹੀਂ ਦੇਖਿਆ ਪੈਸੇ ਹੈਗੇ ਨਹੀਂ ਹੈਗੇ, ਕੋਈ ਉੱਥੇ ਜਾਣਦਾ ਨਹੀਂ ਜਾਣਦਾ, ਰਾਹ ਵਿੱਚ ਹੋਏਗਾ ਕੀ ਹੋਏਗਾ, ਬੱਚਾ ਕੋਈ ਸਮਝ ਨਹੀਂ। ਮਨ ਜ਼ਰੂਰ ਡੋਲ ਰਿਹਾ ਹੈ। ਕਹਿੰਦਾ ਤੂੰ ਉੱਥੇ ਪਹੁੰਚੇਗਾ ਕਿਵੇਂ, ਤੇਰੇ ਕੋਲ ਮਾਇਆ ਨਹੀਂ। ਮੈਂ ਕਿਹਾ ਵੀ ਭਾਈ ਕਨੈਕਟਰ ਨੂੰ, ਮੈਂ ਕਿਹਾ ਵੀ ਕਨੈਕਟਰਾ, ਜਿਹੜਾ ਮੈਨੂੰ ਪਠਾਨਕੋਟ ਤੱਕ ਲੈ ਆਇਆ ਉਹ ਮੈਨੂੰ ਕੁੱਲੂ ਮਨਾਲੀ ਵੀ ਪਹੁੰਚਾ ਦੇਵੇਗਾ। ਜਿੰਨੇ ਤੁਹਾਨੂੰ ਪਿੱਛੇ ਮੁਸ਼ਕਲਾਂ ਦੁੱਖਾਂ ਤੋਂ ਕੱਢਿਆ ਉਹ ਅੱਗੇ ਵੀ ਕੱਢੇਗਾ। ਜੇ ਸਾਧੂ ਸੰਗਤ ਤੇ ਨਾਮ ਤੇ ਭਰੋਸਾ ਨਹੀਂ ਤੇ ਫਿਰ ਬੰਦਿਆਂ ਤੇ ਕਰਾਂਗੇ, ਚਲਾਕੀਆਂ ਤੇ ਕਰਾਂਗੇ, ਦੁਨੀਆ ਤੇ ਕਰਾਂਗੇ। ਦੁਨੀਆ ਦਾ ਭਰੋਸਾ ਕੰਮ ਹੀ ਨਹੀਂ ਆਉਂਦਾ। ਭਰੋਸਾ ਹੈ ਨਾਮ ਦਾ, ਗੁਰੂ ਗ੍ਰੰਥ ਸਾਹਿਬ ਦਾ, ਸਾਧੂ ਦਾ। ਮਹਾਂਪੁਰਖ ਦਾ ਭਰੋਸਾ ਹੈ, ਗੁਰੂ ਗ੍ਰੰਥ ਸਾਹਿਬ ਦਾ ਭਰੋਸਾ ਹੈ, ਉਹਦੇ ਨਾਮ ਦਾ ਭਰੋਸਾ ਹੈ। ਤੇਰੇ ਹੀ ਭਰੋਸੇ ਪਾਰ ਲੰਘਣਾ ਬੇੜਾ ਮੇਰੀ ਜਿੰਦੜੀ ਦਾ, ਤੇਰੇ ਹੀ ਭਰੋਸੇ ਪਾਰ ਲੰਘਣਾ ਬੇੜਾ ਮੇਰੀ ਜਿੰਦੜੀ ਦਾ। ਤੇਰੇ ਹੀ ਭਰੋਸੇ ਪਾਰ ਲੰਘਣਾ ਬੇੜਾ ਮੇਰੀ ਜ਼ਿੰਦੜੀ ਦਾ। ਇੱਕ ਤੇਰੇ ਹੀ ਭਰੋਸੇ ਪਾਰ ਲੰਘਣਾ ਬੇੜਾ ਮੇਰੀ ਜ਼ਿੰਦੜੀ ਦਾ। ਇੱਕ ਤੇਰੇ ਹੀ ਭਰੋਸੇ ਪਾਰ ਲੰਘਣਾ ਬੇੜਾ ਮੇਰੀ ਜਿੰਦੜੀ ਦਾ। ਇੱਕ ਤੇਰੇ ਹੀ ਭਰੋਸੇ ਪਾਰ ਲੰਘਣਾ ਬੇੜਾ ਮੇਰੀ ਜਿੰਦੜੀ ਦਾ। ਇੱਕ ਤੇਰੇ ਹੀ ਭਰੋਸੇ ਪਾਰ ਲੰਘਣਾ ਬੇੜਾ ਮੇਰੀ ਜ਼ਿੰਦੜੀ ਦਾ। ਇੱਕ ਤੇਰੇ ਹੀ ਭਰੋਸੇ ਪਾਰ ਲੰਘਣਾ ਬੇੜਾ ਮੇਰੀ
ਜਿੰਦੇ 'ਚ ਬਲਾਂ ਸੀ ਬਹੁਤ ਤਗੜੀ। ਉਹਦੇ ਕੋਲ ਮੰਦਰ ਦੇ ਵਿੱਚ ਉਸ ਆਦਮੀ ਨੂੰ ਛੱਡਿਆ ਜਾਂਦਾ ਸੀ, ਆਦਮੀ ਖਤਮ ਹੋ ਜਾਂਦਾ ਸੀ। ਰੋਜ਼ ਬਲਾਂ ਇੱਕ ਬੰਦਾ ਲੈ ਕੇ ਜਾਂਦੀ ਸੀ, ਉਹਦੇ ਅੰਦਰ ਸੀ। ਰਾਜਕੁਮਾਰੀ ਤੜਫਦੀ ਸੀ, ਚੀਕਾਂ ਮਾਰਦੀ ਸੀ, ਮੰਗਦੀ ਸੀ ਇੱਕ ਆਦਮੀ ਲਿਆ ਕੇ ਦਿਓ, ਇੱਕ ਮਾਨਸ ਲਿਆ ਕੇ ਦਿਓ। ਅੰਦਰਲੀ ਬਲਾਂ ਸੀ। ਰਾਜਾ ਇੱਕ ਬੰਦਾ ਰੋਜ਼ ਪੇਸ਼ ਕਰਦਾ ਸੀ। ਅੱਜ ਉਹਦੇ ਪੁੱਤਰ ਦੀ ਵਾਰੀ ਬ੍ਰਹਮਣੀ ਦੀ। ਉਹ ਰੋਵੇ, ਮੇਰਾ ਕੱਲਾ ਕੱਲਾ ਪੁੱਤ ਹੈ। ਇਸ ਪਰਦੇਸੀ ਨੂੰ ਪਨਾਹ ਦਿੱਤੀ ਸੀ। ਉਹ ਕਹਿੰਦਾ ਮੈਂ ਜਾਣਾ ਤੇਰੀ ਥਾਂ ਤੇ ਮਾਈ। ਬਚ ਗਿਆ ਤੇ ਚੰਗਾ, ਨਾ ਬਚਿਆ ਤੇ ਫਿਰ ਵੀ ਚੰਗਾ। ਪਰਉਪਕਾਰ ਦੇ ਹਿੱਤ ਲੱਗ ਜਾਣਾ ਵੀ ਬਹੁਤ ਚੰਗਾ ਹੁੰਦਾ। ਕਿਸੇ ਅਰਥ ਲੱਗੇ, ਬੇਅਰਥ ਨਾ ਜਾਵੇ। ਇਹਨੂੰ ਕਿਹਾ ਵੀ ਜਿੱਥੇ ਰਾਜਕੁਮਾਰੀ ਮੰਦਰ 'ਚ ਉੱਥੇ ਰਹਿਣਾ ਹੈ ਕਮਰੇ 'ਚ। ਬੰਦਾ ਜਾ ਕੇ ਉੱਥੇ ਪੈਂਦਾ ਸੀ, ਉਹਦੇ 'ਚੋਂ ਬਲਾਂ ਨਿਕਲਦੀ ਸੀ ਤੇ ਬੰਦੇ ਨੂੰ ਖਾ ਜਾਂਦੀ ਸੀ। ਇਹਨੂੰ ਤੀਸਰਾ ਵਚਨ ਯਾਦ ਆਇਆ ਮਹਾਂਪੁਰਸ਼ਾਂ ਦਾ, ਜਾਗਰਤ ਭੈ ਕੁੱਤੋਂ ਸੇ। ਜਾ ਕੇ ਰਹਿਣਾ ਜਿੱਥੇ ਡਰ ਹੋਵੇ, ਭੈ ਹੋਵੇ ਕੁੱਤਿਆਂ ਦਾ, ਬਲਾਵਾਂ ਦਾ, ਉੱਥੇ ਜਾ ਕੇ ਰਹਿਣਾ। ਇਹ ਰਾਜਕੁਮਾਰ ਸੀ, ਸ਼ਸਤਰ ਧਾਰੀ ਸੀ, ਸ਼ਸਤਰ ਚਲਾਉਣੇ ਸਿੱਖਦਾ ਸੀ, ਪਾ ਕੇ ਰੱਖਦਾ ਸੀ। ਸਾਨੂੰ ਵੀ ਗੁਰੂ ਸਾਹਿਬ ਨੇ ਰਾਜਕੁਮਾਰ ਤੇ ਰਾਜਕੁਮਾਰੀਆਂ ਬਣਾਈਆਂ ਹੈ ਕਿ ਕਿਰਪਾਨ ਪਹਿਨ ਕੇ ਰੱਖੋ, ਸ਼ਸਤਰ ਪੰਜੇ ਕਕਾਰ ਧਾਰਨ ਕਰਕੇ ਰੱਖੋ, ਸ਼ਸਤਰ ਧਾਰੀ ਬਣ ਕੇ ਰਹੋ। ਇਹ ਗਿਆ ਜਦੋਂ, ਇਹ ਪਿਆ ਨਹੀਂ ਉੱਥੇ। ਇਹਨੇ ਕਿਰਪਾਨ ਤੇ ਹੱਥ ਰੱਖ ਲਿਆ। ਉਧਰ ਉਸ ਲੜਕੀ ਦੇ ਮੂੰਹ ਚੋਂ ਸਰਾਲ ਨਿਕਲੀ, ਸਰਾਲ। ਬੜੇ ਭਿਆਨਕ ਮੂੰਹ ਉਹਦਾ ਤੇ ਸ਼ਕਲ, ਕੋਈ ਦੇਵ ਦੀ ਰੂਹ ਸੀ ਜਿਹੜੀ ਉਹਦੇ 'ਚ ਪ੍ਰੇਤ ਬਣੀ ਹੋਈ ਸੀ। ਉਹ ਜਦੋਂ ਨਿਕਲੀ ਤੇ ਇਹਨੇ ਫਟਾਫਟ ਸਿਰ ਕੱਟਤਾ ਹੁੰਦਾ ਚੁਸਤੀ ਦੇ ਨਾਲ, ਉਹ ਸਰਾਲ ਦੇ ਟੋਟੇ ਕਰਕੇ। ਜਦੋਂ ਰਾਜਕੁਮਾਰੀ ਨੂੰ ਉੱਠ ਕੇ ਵੇਖਿਆ ਵੀ ਇਹ ਕਿਵੇਂ ਬਚ ਗਿਆ, ਨਾਲ ਆਪ ਨੂੰ ਸੁੱਖ ਮਹਿਸੂਸ ਕੀਤਾ, ਮੈਂ ਕਿਉਂ ਸ਼ਾਂਤ ਹੋ ਗਈ। ਹੁਣ ਕਿਹਾ ਜਿਹੜੀ ਤੇਰੇ ਅੰਦਰ ਬਲਾਂ ਸੀ ਮੈਂ ਮਾਰਤੀ ਏ, ਟੋਟੇ ਟੁੱਟੇ। ਤੂੰ ਸੌਂ ਜਾਂਦੀ ਸੀ, ਤੇਰੇ ਅੰਦਰੋਂ ਬਲਾਂ ਨਿਕਲਦੀ ਸੀ, ਬੰਦੇ ਨੂੰ ਖਾਂਦੀ ਸੀ। ਅੱਜ ਮੈਂ ਉਹਦਾ ਭੈ ਚੱਕਦਾ, ਤੂੰ ਨਿਰਭੈ ਹੋ ਕੇ ਰਹੇ। ਰਾਜਕੁਮਾਰੀ ਨੇ ਆਪਣੇ ਮਾਤਾ ਪਿਤਾ ਨੂੰ, ਉਹ ਆਏ, ਉਹਨਾਂ ਨੂੰ ਖਬਰ ਕੀਤੀ ਕਿ ਇਹ ਵੀ ਰਾਜਕੁਮਾਰ। ਜਦੋਂ ਉਹਨੇ ਗੱਲ ਕੀਤੀ ਰਾਜਕੁਮਾਰੀ ਨੇ, ਇਹਨੇ ਆਪਦਾ ਹਾਲ ਸੁਣਾਇਆ ਭਰਾ ਨਾਲ, ਜੋ ਬੀਤੀ, ਘਰ ਛੱਡ ਕੇ ਨਿਕਲਿਆ। ਦੋਨੋਂ ਜਣੇ ਚੌਪੜ ਖੇਡਣ ਲੱਗ ਪਏ। ਮਾਂ ਬਾਪ ਬੰਦੇ ਚੱਕਣ ਆਏ, ਜਿਹੜੇ ਮੁਰਦਾ ਚੱਕਣ ਆਉਂਦੇ ਸੀ। ਉਹਨਾਂ ਵੇਖਿਆ ਵੀ ਮੁਰਦਾ ਤਾਂ ਹੈ ਹੀ ਨਹੀਂ, ਬਲਾਂ ਮਰੀ ਪਈ। ਉਹਨਾਂ ਰਾਜੇ ਨੂੰ ਖਬਰ ਕੀਤੀ। ਰਾਜਾ ਆਇਆ, ਰਾਜੇ ਨੇ ਲੜਕੀ ਤੋਂ ਸਾਰੀ ਵਿਥਿਆ ਸੁਣੀ ਵੀ ਇਹ ਵੀ ਰਾਜਕੁਮਾਰ ਹੈ। ਰਾਜੇ ਦੀ ਲੜਕੀ ਵਿਆਹਣ ਵਾਲੀ ਸੀ, ਉਹ ਵਿਆਹ ਨਹੀਂ ਰਿਹਾ ਸੀ ਬਿਮਾਰੀ ਦੇ ਕਾਰਨ। ਉਹਨੇ ਵੇਖਿਆ ਹੁਣ ਬਿਮਾਰੀ ਤੋਂ ਮੁਕਤ ਹੋ ਗਈ, ਇਸ ਲੜਕੀ ਦੀ ਸ਼ਾਦੀ ਕਰ ਦਈਏ ਇਸ ਰਾਜਕੁਮਾਰ ਨਾਲ। ਰਾਜੇ ਦੇ ਪੁੱਤਰ ਨਹੀਂ ਸੀ। ਰਾਜੇ ਨੇ ਇਸ ਨੂੰ ਜਵਾਈ ਬਣਾ ਕੇ ਸਾਰੀ ਅਦਾਲਤ ਨਿਆਂ ਦੀ ਸੰਭਾਲਤੀ, ਕਿਉਂਕਿ ਵੱਡਾ ਨਿਆਂਕਾਰ ਸੀ, ਜਿਹਨੇ ਨਿਆਂੋਂ ਪਿੱਛੇ ਮਾਰ ਸਹੀ ਸੀ, ਜਿਹਨੇ ਮਹਾਂਪੁਰਖਾਂ ਦੇ ਬਚਨ ਮੰਨੇ ਸੀ। ਪਹਿਲੇ ਬਚਨ ਨੇ ਘਰ 'ਚ ਮਰਨ ਤੋਂ ਬਚਾਇਆ, ਦੂਜੇ ਨੇ ਬਾਹਰ 'ਚ ਮਰਨ ਤੋਂ ਬਚਾਇਆ, ਤੀਸਰੇ ਬਚਨ ਨੇ ਸਾਰੇ ਰਾਜ ਭਾਗ ਨੂੰ ਜ਼ਿੰਦਗੀ ਦਿੱਤੀ ਤੇ ਨਾਲ ਇਹਨੂੰ ਰਾਜੇ ਦਾ ਮਹਾਮੰਤਰੀ ਬਣਾਇਆ, ਜਵਾਈ ਬਣਾਇਆ। ਤੀਸਰੇ ਬਚਨ ਵਿੱਚ ਇੰਨੀ ਕਿਰਪਾ ਹੋਈ, ਗੁਰੂ ਦੀ ਮਿਹਰ ਵਰਸੀ। ਰਾਜੇ ਨੇ ਦੇਖਿਆ ਹੁਣ ਕੋਈ ਰਾਜ ਭਾਗ ਸੰਭਾਲਣ ਵਾਲਾ ਨਹੀਂ। ਉਹਨੇ
ਇਸ ਨੂੰ ਜਵਾਈ ਨੂੰ ਹੀ ਸਭ ਰਾਜ ਭਾਗ ਦੇ ਦਿੱਤੇ। ਇਹ ਇੰਨਾ ਚਾਤਰ, ਇੰਨਾ ਚੁਸਤ, ਇੰਨਾ ਹੁਸ਼ਿਆਰ, ਇਹਨੇ ਦੂਜੇ ਰਾਜ ਵੀ ਜਿੱਤ ਲਏ। ਬੜੀ ਚੁਸਤੀ ਚਲਾਕੀ ਦੇ ਨਾਲ ਵਲੈਤਾਂ ਤੇ ਕਬਜ਼ੇ ਕਰ ਗਿਆ, ਬਹੁਤ ਵੱਡਾ ਰਾਜਾ ਬਣ ਗਿਆ। ਫਿਰ ਇਹਨੂੰ ਯਾਦ ਆਇਆ ਮੈਂ ਆਪਣੇ ਭਰਾ ਕੋਲ ਵੀ ਜਾਵਾਂ ਜਿਹਨੇ ਮੈਨੂੰ ਸਤਾਇਆ ਸੀ, ਉੱਥੇ ਵੀ ਜਾ ਕੇ ਯੁੱਧ ਕਰਾਂ, ਉਹ ਵੀ ਜਿੱਤਾਂ ਰਾਜ ਭਾਗ ਆਪਣਾ ਪਿਓ ਵਾਲਾ। ਜਦੋਂ ਫੌਜਾਂ ਲੈ ਕੇ ਪਹੁੰਚਿਆ ਇਹਦੇ ਭਰਾ ਨੂੰ ਪਤਾ ਲੱਗਿਆ ਵੀ ਮੇਰਾ ਭਰਾ ਬਹੁਤ ਵੱਡਾ ਰਾਜਾ ਬਣ ਗਿਆ, ਫੌਜਾਂ ਚੜ੍ਹਾਈ ਕਰਕੇ ਆ ਰਿਹਾ, ਉਹ ਛੱਡ ਕੇ ਭੱਜ ਗਿਆ। ਇਹਨੇ ਅੱਧੀ ਰਾਤੋਂ ਪ੍ਰਵੇਸ਼ ਕੀਤਾ, ਸਭ ਰਾਜ ਭਾਗ ਸੰਭਾਲ ਲਿਆ। ਜਦੋਂ ਘਰ ਗਿਆ ਤੇ ਇਹਦੀ ਔਰਤ ਕਿਸੇ ਆਦਮੀ ਨਾਲ ਲੰਮੀ ਪਈ ਹੋਈ। ਇਹਨੂੰ ਆਇਆ ਕ੍ਰੋਧ ਕਿ ਮੈਂ ਇਹਨੂੰ ਵੀ ਵੱਢ ਦਿਆਂ ਤੇ ਬੰਦੇ ਨੂੰ ਵੀ ਵੱਢ ਦਿਆਂ, ਤੇ ਫਟ ਚੌਥਾ ਬਚਨ ਸੰਤਾਂ ਦਾ ਕੰਨਾਂ 'ਚ ਗੂੰਜਿਆ ਵੀ ਜਤਰ ਕ੍ਰੋਧੰ ਤਤਰੰ ਖਿਮਾ। ਜੇ ਤੁਹਾਨੂੰ ਬੜਾ ਕ੍ਰੋਧ ਆ ਰਿਹਾ, ਇੱਕ ਵਾਰੀ ਖਿਮਾ ਧਾਰਨ ਕਰ ਲਓ, ਕ੍ਰੋਧ ਵਾਲੀ ਗਲਤੀ ਨਾ ਕਰੋ, ਇਹ ਤੁਹਾਡਾ ਨੁਕਸਾਨ ਕਰੇਗੀ। ਹੋਸ਼ੇਪਣ 'ਚ ਇੱਕਦਮ ਕ੍ਰੋਧ ਆਵੇ ਨਾ, ਉਸ ਸਮੇਂ ਖਿਮਾ ਧਾਰਨ ਕਰਨੀ ਜ਼ਰੂਰੀ ਹੈ, ਨਹੀਂ ਤੁਹਾਡਾ ਬੜਾ ਵੱਡਾ ਨੁਕਸਾਨ ਹੋ ਸਕਦਾ। ਚੌਥਾ ਵਚਨ ਸੀ ਮਹਾਂਪੁਰਖਾਂ ਦਾ। ਇਹਨੇ ਘਰਵਾਲੀ ਨੂੰ ਮਾਰਨ ਲੱਗਿਆ, ਬੰਦਾ ਨਾਲ ਪਿਆ ਸੀ, ਪਿਆ ਤਾਂ ਪੁੱਤਰ ਸੀ, ਇਹਨੂੰ ਪਤਾ ਨਹੀਂ ਸੀ। ਰੁਕ ਗਿਆ, ਨਹੀਂ ਮਾਰਿਆ। ਜਦੋਂ ਉੱਠੇ ਦਾਸੀ ਮਿਲੀ, ਦਾਸੀ ਨੂੰ ਪੁੱਛਿਆ ਬੰਦਾ ਕੌਣ ਸੀ ਇਹਦੇ ਨਾਲ। ਕਹਿਣ ਲੱਗੇ ਤੇਰਾ ਪੁੱਤਰ ਹੀ ਹੈ, ਵੱਡਾ ਹੋ ਗਿਆ ਇੰਨੇ ਸਾਲਾਂ ਬਾਅਦ। ਕਹਿੰਦਾ ਮੈਂ ਤਾਂ ਬੜੀ ਗਲਤੀ ਕਰਨ ਲੱਗਾ ਸੀ, ਇਹਨਾਂ ਨੂੰ ਮਾਰ ਦੇਣ ਲੱਗਾ ਸੀ। ਜੇ ਮੈਂ ਕ੍ਰੋਧ ਵਿੱਚ ਖਿਮਾ ਨਾ ਧਾਰਨ ਕਰਦਾ, ਸੰਤਾਂ ਦਾ ਬਚਨ ਨਾ ਹੁੰਦਾ, ਤੇ ਅੱਜ ਮੈਂ ਪੁੱਤਰ ਨੂੰ ਵੀ ਮਾਰ ਦੇਣਾ ਸੀ, ਘਰਵਾਲੀ ਵੀ ਮਾਰ ਦੇਣੀ ਸੀ, ਤੇ ਪਾਪੀ ਬਣ ਜਾਣਾ ਸੀ, ਆਪਦਾ ਘਰ ਬਰਬਾਦ ਕਰ ਲੈਣਾ ਸੀ। ਕ੍ਰੋਧ ਨਾਸ਼ ਕਰਦਾ ਹੈ, ਆਪਾਂ ਕ੍ਰੋਧ ਨੂੰ ਨਾਸ਼ ਕਰਨਾ ਹੈ। ਕ੍ਰੋਧ ਨੇ ਸਾਡਾ ਨਾਸ਼ ਕਰਨਾ ਹੈ। ਕਾਮ ਕ੍ਰੋਧ ਕਾਇਆ ਕੋ ਗਾਲੇ, ਜਿਉਂ ਕੰਜਰ ਸੁਹਾਗਾ ਟਾਲੇ। ਕਾਮ ਤੁਹਾਡੇ ਦਿਮਾਗ ਨੂੰ ਚੜਿਆ, ਤੁਹਾਨੂੰ ਗਾਲੇਗਾ। ਕਿਸੇ ਪਰਪੁਰਸ਼ ਮਗਰ ਨਾ ਲੱਗੋ, ਧਰਮ ਨਹੀਂ ਸਾਡਾ ਇਜਾਜ਼ਤ ਦਿੰਦਾ। ਕਿਸੇ ਪਰਾਈ ਔਰਤ ਮਗਰ ਨਾ ਲੱਗੋ। ਹਰ ਇੱਕ ਦਾ ਆਪੋ ਆਪਣਾ ਧਰਮ ਹੈ, ਆਪਣਾ ਆਪਣਾ ਧਰਮ ਸੰਭਾਲ ਕੇ ਰੱਖੋ ਤੇ ਕਾਮ ਤੋਂ ਬਚੋ। ਕਾਮ ਤੁਹਾਡੀ ਜ਼ਿੰਦਗੀ ਤਬਾਹ ਕਰੇਗਾ ਜਾਂ ਕ੍ਰੋਧ ਕਰੇਗਾ। ਗੁਰੂ ਸਾਹਿਬ ਕਹਿੰਦੇ ਨੇ ਜਿਵੇਂ ਸੋਨੇ 'ਚ ਸੁਹਾਗਾ ਪਾ ਦਿਓ, ਸੋਨਾ ਪਾਣੀ ਬਣ ਜਾਂਦਾ ਹੈ, ਐਵੇਂ ਬੰਦੇ ਨੂੰ ਕਾਮ ਤੇ ਕ੍ਰੋਧ ਗਾਲ ਕੇ ਰੱਖ ਦਿੰਦੇ ਆ। ਬਚਣਾ ਹੈ ਕਾਮ ਤੋਂ ਤੇ ਕ੍ਰੋਧ ਤੋਂ। ਜਤਰ ਕ੍ਰੋਧੰ ਤਤਰੰ ਖਿਮਾ। ਇਹਨੇ ਖਿਮਾ ਧਾਰਨ ਕੀਤੀ ਤੇ ਘਰ ਬਚ ਗਿਆ। ਚਾਰ ਬਚਨਾਂ ਮਹਾਂਪੁਰਖਾਂ ਨੇ ਅੱਜ ਦੁਬਾਰਾ ਦੁਨੀਆ ਦਾ ਰਾਜਾ ਬਣਾਤਾ। ਦੁਨੀਆ ਦਾ ਸਾਧੂਆਂ ਦੇ ਬਚਨ ਨੇ ਛੋਟੀ ਮੁਸ਼ਕਲ ਚੋਂ ਕੱਢਿਆ। ਕਿੱਥੇ ਪਹਿਲੇ ਹੀ ਮਰਨ ਲੱਗਾ ਸੀ, ਤੇ ਮਹਾਂਪੁਰਖਾਂ ਦੇ ਬਚਨ ਇਸ ਕਰਕੇ ਸਾਧੂਆਂ ਦੀ ਸੰਗਤ ਦੀ ਇੱਕ ਘੜੀ ਹੀ ਬੇਅੰਤ ਤੇ ਦੁਨੀਆ 'ਚ ਤਾਰਨ ਲਈ। ਕੁਝ ਪਲਾਂ ਦੀ ਸੰਗਤ ਹੀ ਬਹੁਤ ਹੈ। ਜੇ ਉਥੋਂ ਹੀਰੇ ਰਤਨ ਪੱਲੇ ਬਣ ਲਈਏ, ਗੁਰ ਸਾਧੂ ਸੰਗਤ ਮਿਲੇ, ਹੀਰੇ ਰਤਨ ਲਵੰਡ। ਕਹਿੰਦੇ ਤੇ ਜੇ ਤੈਨੂੰ ਸਾਧੂ ਦੀ ਸੰਗਤ ਗੁਰੂ ਦੀ ਮਿਲ ਜੇ ਨਾ, ਤੇ ਸਮਝੀ ਮੈਨੂੰ ਹੀਰੇ ਰਤਨਾਂ ਦੀ ਖਾਣ ਮਿਲ ਗਈ ਹੈ, ਖਜ਼ਾਨਾ ਮਿਲ ਗਿਆ। ਗੁਰ ਸਾਧੂ ਸੰਗਤ ਮਿਲੇ, ਹੀਰੇ ਰਤਨ ਲਵੰਡ। ਗੁਰ ਸਾਧੂ ਵਿਸ਼ਰ ਵਿਸ਼ਰ ਜੋ ਮਿਲੇ। ਪਿਛਲੀ ਪੰਕਤੀ। ਵਿਛੜ ਵਿਛੜ ਜੋ ਮਿਲੇ ਸਤਿਗੁਰ ਕੇ ਭੈ ਭਾਏ। ਸਤਿਗੁਰ ਦਾ ਭੈ ਸੀ, ਮਨ ਵਿੱਚ ਭਾਵਨਾ ਸੀ। ਵਿਛੜ ਵਿਛੜ ਕੇ ਵੀ ਮਿਲ ਜੀਦਾ। ਜੇ ਅੰਦਰ ਡਰ ਹੋਵੇ ਗੁਰੂ ਦਾ,
ਵਿਛੜ ਜੀਏ। ਗੁਰੂ ਦਾ ਪਿਆਰ ਹੋਵੇ ਸਾਨੂੰ, ਪਿਆਰ ਤੇ ਡਰ ਫਿਰ ਗੁਰੂ ਨਾਲ ਮਿਲਾ ਦੇਗਾ। ਵਿਛੜਨਾ ਵਿਛੋੜੇ ਦਾ ਕੋਈ ਡਰ ਨਹੀਂ, ਗੁਰੂ ਦਾ ਪਿਆਰ ਚਾਹੀਦਾ। ਜਨਮ ਮਰਨ ਨਿਹਚਲ ਭਏ ਗੁਰਮੁਖ ਨਾਮ ਧਿਆਏ। ਜਨਮ ਮਰਨ ਨਿਸ਼ਚਲ, ਗੁਰਮੁਖ ਤੋਂ ਮਤਲਬ ਹੈ ਗੁਰੂ ਦੇ ਮੁਖ ਦੇ ਵਾਕ ਜਪੇ। ਗੁਰਮੁਖ, ਗੁਰੂ ਦੇ ਮੁਖ ਚੋਂ ਮਿਲਿਆ ਨਾਮ ਜਪਣਾ, ਮਰਜ਼ੀ ਨਾਲ ਨਹੀਂ, ਗੁਰੂ ਦੇ ਮੁਖ ਤੋਂ ਮਿਲਿਆ ਹੋਇਆ ਕਿਸੇ ਮਹਾਂਪੁਰਸ਼ ਤੋਂ। ਹਾਂਜੀ। ਗੁਰ ਸਾਧੂ ਸੰਗਤ ਮਿਲੈ ਹੀਰੇ ਰਤਨ ਲੋਭਨ। ਜੇ ਗੁਰਦੇਵ ਦੀ ਸੰਗਤ ਮਿਲ ਜੇ ਤੇ ਸਮਝੋ ਤੈਨੂੰ ਹੀਰੇ ਰਤਨਾਂ ਦੀ ਖਾਣ ਲੱਭ ਗਈ ਏ, ਤੂੰ ਹੁਣ ਬਾਦਸ਼ਾਹ ਬਣ ਗਿਆ, ਤੈਨੂੰ ਖਾਣ ਮਿਲ ਗਈ ਜਿੰਨੇ ਮਰਜ਼ੀ ਕੱਢੀ ਆ। ਨਾਨਕ ਲਾਲ ਪਾਇਆ, ਨਾਨਕ ਲਾਲ ਅਮੋਲਕਾ ਗੁਰਮੁਖ ਖੋਜ ਲਹਨ। ਇਹ ਤਾਂ ਬੜੇ ਅਮੋਲਕ ਲਾਲ ਨੇ। ਗੁਰੂ ਸਾਹਿਬ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਆ ਬੜੇ ਅਮੋਲਕ ਲਾਲ ਨੇ ਤੇ ਗੁਰਮੁਖਾਂ ਨੇ ਖੋਜ ਖੋਜ ਕੇ ਲੱਭ ਲਏ ਨੇ। ਖੋਜਿਆ ਤੇ ਲੱਭਿਆ, ਇਹ ਗੁਰਮੁਖਾਂ ਨੂੰ ਪ੍ਰਾਪਤ ਹੁੰਦੇ ਆ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਅੰਮ੍ਰਿਤ ਵੇਲਾ ਜਿੰਦੇ ਨੀ, ਵੇਲਾ ਜਿੰਦੇ ਨੀ ਉੱਠ ਕੇ ਨਾਮ ਦੀ ਮਾਲਾ ਫੇਰ। ਅੰਮ੍ਰਿਤ ਵੇਲਾ ਜਿੰਦੇ ਨੀ ਉੱਠ ਕੇ ਨਾਮ ਦੀ ਮਾਲਾ ਫੇਰ। ਵਾਹਿਗੁਰੂ ਵਾਹਿਗੁਰੂ ਜਪ ਲੈਣੀ ਤੂੰ ਸਤਨਾਮ ਦੀ ਮਾਲਾ ਫੇਰ। ਵਾਹਿਗੁਰੂ ਵਾਹਿਗੁਰੂ ਜਪ ਲੈਣੀ ਤੂੰ ਸਤਨਾਮ ਦੀ ਮਾਲਾ ਫੇਰ। ਜੀ ਅੰਮ੍ਰਿਤ ਵੇਲਾ ਜਿੰਦੇ ਨੀ ਉੱਠ ਕੇ ਨਾਮ ਦੀ ਮਾਲਾ ਫੇਰ। ਅੰਮ੍ਰਿਤ ਵੇਲਾ ਜਿੰਦੇ ਨੀ ਉੱਠ ਕੇ ਨਾਮ ਦੀ ਮਾਲਾ ਫੇਰ। ਵਾਹਿਗੁਰੂ ਵਾਹਿਗੁਰੂ ਜਪ ਲੈਣੀ ਤੂੰ ਸਤਨਾਮ ਦੀ ਮਾਲਾ ਫੇਰ। ਵਾਹਿਗੁਰੂ ਵਾਹਿਗੁਰੂ ਜਪ ਲੈਣੀ ਤੂੰ ਸਤਨਾਮ ਦੀ ਮਾਲਾ ਫੇਰ। ਜੀ ਅੰਮ੍ਰਿਤ ਵੇਲਾ ਜਿੰਦੇ ਨੀ ਉੱਠ ਕੇ ਨਾਮ ਦੀ ਮਾਲਾ ਫੇਰ। ਅੰਮ੍ਰਿਤ ਵੇਲਾ ਜਿੰਦੇ ਨੀ ਉੱਠ ਕੇ ਨਾਮ ਦੀ ਮਾਲਾ ਫੇਰ। ਵਾਹਿਗੁਰੂ ਵਾਹਿਗੁਰੂ ਜਪ ਲੈਣੀ ਤੂੰ ਸਤਨਾਮ ਦੀ ਮਾਲਾ ਫੇਰ। ਵਾਹਿਗੁਰੂ ਵਾਹਿਗੁਰੂ ਜਪ ਲੈਣੀ ਤੂੰ ਸਤਨਾਮ ਦੀ ਮਾਲਾ ਫੇਰ। ਜੀ ਅੰਮ੍ਰਿਤ ਵੇਲਾ ਜਿੰਦੇ ਨੀ ਉੱਠ ਕੇ ਨਾਮ ਦੀ ਮਾਲਾ ਫੇਰ। ਅੰਮ੍ਰਿਤ ਵੇਲਾ ਜਿੰਦੇ ਨੀ ਉੱਠ ਕੇ ਨਾਮ ਦੀ ਮਾਲਾ ਫੇਰ। ਵਾਹਿਗੁਰੂ ਵਾਹਿਗੁਰੂ ਜਪ ਲੈਣੀ ਤੂੰ ਸਤਨਾਮ ਦੀ ਮਾਲਾ ਫੇਰ। ਵਾਹਿਗੁਰੂ ਵਾਹਿਗੁਰੂ ਜਪ ਲੈਣੀ ਤੂੰ ਸਤਨਾਮ ਦੀ ਮਾਲਾ ਫੇਰ। ਅੱਜ ਦੀ ਸਤ ਸੰਗਤ ਦੀ ਘੜੀ ਦੀ ਮਹਾਨਤਾ ਵਡਿਆਈ ਕਿ ਖੂਹ ਕੀ ਚੀਜ਼ ਏ ਤੇ ਰੱਬ ਦਾ ਰਹਿਮਤਾਂ ਦਾ ਮੀਂਹ ਪੈ ਤੇ ਕੀ ਚੀਜ਼ ਏ। ਇਸ ਕਰਕੇ ਕਿਹਾ ਦਾਤਿਆ ਸਾਡੀਆਂ ਘਾਲਣਾ ਕੱਖ ਨਹੀਂ, ਤੇਰੀਆਂ ਰਹਿਮਤਾਂ ਜਗ ਨੂੰ ਉਤਾਰ ਦਿੰਦੀਆਂ। ਉਹਦੀਆਂ ਰਹਿਮਤਾਂ ਦਾ ਕੋਈ ਮੁੱਲ ਨਹੀਂ, ਉਹ ਰਹਿਮ ਕਰੇ ਤਾਂ ਰਹਿਮ ਤੇਰੀ ਸੁਖ ਪਾਇਆ। ਸਦਾ ਨਾਨਕ ਕੀ ਅਰਦਾਸ, ਉਹਦੀ ਨਜ਼ਰ ਬੇੜੇ ਤਾਰਦੀ। ਇੱਕ ਘੜੀ ਦਾ ਸਤਸੰਗ ਮਹਾਂਪੁਰਖਾਂ ਦਾ ਕੀਤਾ, ਇੱਕ ਸ਼ਲੋਕ ਸੁਣਿਆ ਤੇ ਪੱਲੇ ਬੰਨਿਆ ਤੇ ਉਹਨਾਂ ਨੂੰ ਧਨ ਦੇ ਕੇ ਨਿਹਾਲ ਕਰਤਾ। ਧਨ ਉਹਨਾਂ ਦੇ ਅੱਗੇ ਭੇਟ ਰੱਖੀ, ਜੋ ਸਾਡੇ ਕੋਲੇ ਅਸੀਂ ਭੇਟਾ ਦਿਆਂਗੇ, ਜੋ ਮਹਾਂਪੁਰਸ਼ਾਂ ਕੋਲੇ ਉਹ ਦੇਣਗੇ। ਉਹਨਾਂ ਨੇ ਮਹਾਂਪੁਰਸ਼ਾਂ ਨੂੰ ਠੰਡਾ ਜਲ ਪਿਆਇਆ। ਮਹਾਂਪੁਰਖਾਂ ਨੇ ਕਿਹਾ ਚੱਲ ਤੇਰੀਆਂ ਫੈਕਟਰੀਆਂ ਲੱਗ ਜਾਣ ਪਾਣੀ ਦੀਆਂ, ਤੇ ਕੋਕਾ ਕੋਲਾ ਵਾਲੀ ਫੈਕਟਰੀ ਲੱਗ ਗਈ ਉਹਨਾਂ ਦੀ। ਕੋਕਾ ਕੋਲਾ ਉਹਨਾਂ ਤੋਂ ਚੱਲਿਆ, ਫਿਰ ਬਹੁਤ ਦੁਨੀਆ 'ਚ ਉਹਨਾਂ ਦਾ ਪਾਣੀ ਵੀ ਗਿਆ। ਜੋ ਸਾਡੇ ਕੋਲੇ ਤੁਸੀਂ ਭੇਟ ਦਿਓ, ਜੋ ਮਹਾਂਪੁਰਸ਼ ਕੋਲੇ ਉਹ ਦੇਣਗੇ। ਉਹਨਾਂ ਕਿਹਾ ਮਹਾਂਪੁਰਖਾਂ ਨੂੰ ਰਿਛ ਨੂੰ ਕਹਿੰਦਾ ਮੱਥਾ ਟੇਕ, ਵੱਡੀ ਦਾਤ ਦੇਣਗੇ। ਸੰਤਾਂ ਨੇ 500 ਰੁਪਈਆ ਦੇ ਦਿੱਤਾ। ਰਿਛ ਵਾਲਾ ਖੁਸ਼ ਹੋ ਗਿਆ, ਬੜਾ ਪੈਸਾ ਵੇਖਿਆ ਤੇ ਰਿਛ ਮਰਿਆ ਪਿਆ। ਕਹਿੰਦੇ ਭਾਈ ਇਹਦਾ ਜਨਮ ਮਰਨ ਕੱਟਿਆ ਗਿਆ, ਇਹਦਾ ਸਾਰਾ ਲੇਖਾ ਤੈਨੂੰ
ਅਸੀਂ 500 ਇਕੱਠਾ ਹੀ ਦੇ ਦਿੱਤਾ। ਸਾਧ ਸੰਗਤ ਜਨਮ ਮਰਨ ਮਿਟਾਵੇ। ਤਿਲ ਪਰ ਵੀ ਕੀਤੀ ਹੋਈ ਸੇਵਾ ਸਾਡੀ ਮਨਾਂ ਦੇ ਬਰਾਬਰ ਪਹੁੰਚ ਜਾਂਦੀ। ਜੇ ਕੋ ਪਾਵੇ ਤਿਲਕਾ ਮਾਣ। ਇੱਕ ਘੜੀ ਦਾ ਸਤਸੰਗ ਕੁਝ ਸਮੇਂ ਦਾ ਕੀਤਾ, ਧਨ ਰੱਖਿਆ, ਬਚਨ ਸੁਣਿਆ, ਪੱਲੇ ਬੰਨਿਆ। ਸੁਨਤ ਕਮਾਵਤ ਹੋਤ ਉਧਾਰ, ਆਪ ਤਰੇ ਲੋਕੇ ਨਿਸਤਾਰ। ਅਮਲੀਕ ਲਾਲ ਇਹ ਰਤਨ ਬੜੇ ਮਹਿੰਗੇ ਰਤਨ ਨੇ। ਮਹਾਂਪੁਰਖਾਂ ਦੇ ਬਚਨ ਸੁਣਨ ਤੇ ਕਮਾਉਣ ਨਾਲ ਬੇੜੇ ਪਾਰ ਹੋਣਗੇ। ਇੱਕ ਵੀ ਬਚਨ ਸੰਗਤ ਚੋਂ ਪੱਲੇ ਬਣ ਲਈਏ, ਜ਼ਿੰਦਗੀ ਲੰਘ ਜਾਂਦੀ ਆ। ਭੈ ਖਤਮ ਹੋ ਜਾਂਦੇ ਆ, ਡਰ ਚੱਕੇ ਜਾਂਦੇ ਆ। ਹੁਕਮਨਾਮਾ ਸੁਣੋ ਤੇ ਸਮਾਪਤੀ ਹੈ। ਹਰ ਜਸ ਗਾਇਓ, ਹਰ ਜਸ